श्री वाहिगुरु साहिब जीओ। राग केदारा बाणी कबीर जीओ की। एको ओंकार सतगुर प्रसाद। औसत निंदा दो विवर्जित। तजहो मान अवमाना। लोह कंचन समकर जन है। ते मूरता भगवाना। उस तद निंदा दो बेवर्जित। वाहिगुरु जी का खालसा वाहिगुरु जी की फतेह। कोट ब्रह्मंडां दे मालक जुगो जुग अटल शब्दा अवतार दसां पातशाहियां दी आत्मक जोत। धन धन सतगुरु श्री गुरु ग्रंथ साहिब सच्चे पातशाह जी महाराज जी दी पवित्र पावन हजूरी दे विच जुड़मन बैठी गुरु रूप गुरु खालसा साध संगत जीओ। आओ बड़े प्यार अर सत्कार दे नाल अमृत बाणी हर हर तेरी सुन सुन होवे परमगत मेरी। जलन बुझी शीतल होए मनुआ सतगुर का दर्शन पाए जियो। सतगुरां दी पवित्र अमृत बाणी की कथा विचार व्याख्या सो सरवण करके लाह प्राप्त करो जी। एक बार उच्चारण करो सतनाम श्री वाहिगुरु जी। सतनाम श्री वाहिगुरु साहिब जीओ। राग केदारा केदारा राग दे अंदर। बाणी कबीर जीओ की। भगत कबीर साहब जी की उच्चारण की हुई बाणी पंजवें पातशाह श्री गुरु अर्जन देव जी महाराज भाई गुरदास साहब जी के पासों दर्ज करवा रहे हैं। एको ओंकार एक अद्वितीय ब्रह्म ओंकार जो सर्वदा प्रकाशक है। सतगुर प्रसाद जो सतगुਰਾਂ ਦੀ ਕਿਰਪਾ द्वारा प्राप्त ਹੁੰਦਾ है। उस तत निंदा दो बेवर्जित। ਜਿਨ੍ਹਾਂ ਨੇ ਆਪਣੀ ਖੁਸ਼ਾਮਦ ਵਡਿਆਈ ਅਤੇ ਕਿਸੇ ਦੀ ਅਪਕੀਰਤੀ ਦੋਵੇਂ ਹੀ ਨਿਸ਼ੇਧ ਕੀਤੀਆਂ त्याग दितियां हन। तजहो मान अवमाना। अते आदर ते हंकार भी त्याग दिता है। या अपने मान की इच्छा अते हंकारी हो के दूसरे का अपमान करना इन्हां सुभावां नूं भी छड्डिया है। लोहा कंचन समकर जन है। फिर लोहा ਅਤੇ सोना दोवां नूं एक समान बिरती करके जानना करते हैं। ते मूरत भगवाना। ओह पुरख परमात्मा का स्वरूप ही हैं। तेरा जाना हे प्रभु तेरा असल दास। एक आद कोई दास तो कोई एक अद्धा पा बिरला ही है।
ਬਾਕੀ ਤਾਂ ਮੇਰੇ ਵਰਗੇ ਖਾਊ ਯਾਰ ਹਨ ਜੋ ਕਿ ਫਰੀਦਾ ਦਰ ਦਰਵੇਸੀ ਗਾਖੜੀ ਚੋਪੜੀ ਪਰੀਤ ਚੋਪੜੀਆਂ ਰੋਟੀਆਂ ਨਾਲ ਹੀ ਪ੍ਰੀਤੀ ਪਾਈ ਹੋਈ ਹੈ। ਰੱਬ ਦੇ ਦਰ ਦੀ ਜੋ ਦਰਵੇਸੀ ਹੈ ਇਹ ਬੜੀ ਕਠਿਨ ਹੈ। ਇਕਨ ਕਿੰਨੇ ਚਾਲੀਐ ਦਰਵੇਸ਼ਾ ਵੀ ਰੀਤ। ਕੋਈ ਇੱਕ ਅੱਧਾ ਵਿਰਲਾ ਹੀ ਦਰਵੇਸ਼ਾਂ ਦੀ ਰੀਤੀ ਮੁਤਾਬਕ ਚੱਲਦਾ ਹੈ। ਇੱਕ ਬ੍ਰਹਮ ਗਿਆਨੀ ਤੇ ਅੱਧਾ ਜਗਿਆਸੂ ਹੈ। ਭਾਵ ਜਗਿਆਸੂ ਦੇ ਅੰਦਰ ਸੰਸੇ ਬਿਰਤੀ ਹੁੰਦੀ ਹੈ ਤੇ ਬ੍ਰਹਮ ਗਿਆਨੀ ਵੀ ਇੰਨੇ ਕਮਲੇ ਹੋਏ ਨੇ ਕਲਯੁਗ ਦੇ। ਘਰ ਘਰ ਹੋਏ ਬਏ ਹੈ ਰਾਮਾ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੂੰ ਕਹਿੰਦੇ ਤਾਂ ਗੁਰੂ ਹੈ ਹੀ ਨਹੀਂ, ਕਿਉਂਕਿ ਤਾਂ ਬੋਲਦਾ ਨਹੀਂ। ਬਾਣੀ ਉਹਨਾਂ ਤੋਂ ਹੀ ਸਿੱਖਦੇ ਨੇ, ਪਰ ਗੁਰੂ ਆਪ ਬਣ ਕੇ ਬੈਠ ਜਾਂਦੇ ਨੇ। ਇਹੋ ਜਿਹੇ ਬ੍ਰਹਮ ਗਿਆਨੀ ਹਨ। ਕਾਮ ਕ੍ਰੋਧ ਲੋਭ ਮੋਹ ਵਿਵਰਜਿਤ। ਕਿਉਂਕਿ ਜੋ ਕਾਮ ਵਿਕਾਰ ਦ੍ਰਿਸ਼ਟੀ, ਕ੍ਰੋਧ ਗੁੱਸੇ ਤੇ ਲੋਭ ਪਦਾਰਥਾਂ ਦੇ ਲਾਲਚ ਅਤੇ ਸਰੀਰਾਂ ਦੇ ਮੋਹ ਆਦਿਕ ਵਿਕਾਰਾਂ ਨੂੰ ਬੇਵਿਸ਼ੇਸ਼ ਕਰਕੇ ਵਰਜਿਤ ਰੋਕਦਾ, ਜੋ ਤਿਆਗਦਾ ਹੈ। ਹਰ ਪਦ ਚੀਨੈ ਕੋ ਸੋਈ। ਹਰੀ ਉਹੀ ਤੇਰੇ ਸਰੂਪ ਦੀ ਪਦਵੀ ਨੂੰ ਜਾਣਦਾ ਹੈ, ਜਾਂ ਉਹੀ ਤੇਰੇ ਸਰੂਪ ਦੀ ਪ੍ਰਾਪਤੀ ਦੀ ਪਦਵੀ ਹੋਰਨਾਂ ਨੂੰ ਜਣਾ ਦਿੰਦਾ ਹੈ। ਰਹਾਉ ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਰਜ ਗੁਣ ਤਮ ਗੁਣ ਸਤ ਗੁਣ ਕਹੀਐ। हे ਪ੍ਰਭੂ ਜੋ ਰਜੋ ਗੁਣ ਤਮੋ ਗੁਣ ਸਤੋ ਗੁਣ ਕਹੀਦੇ ਨੇ। ਇਹ ਤੇਰੀ ਸਭ ਮਾਇਆ। ਇਹ ਤ੍ਰਿਗੁਣੀ ਰੂਪ ਸਾਰੀ ਤੇਰੀ ਹੀ ਮਾਇਆ ਹੈ। ਇਸੇ ਪ੍ਰਕਾਰ ਰਜ ਗੁਣ ਤਮ ਗੁਣ ਸਤ ਗੁਣ ਕਹੀਐ। ਬ੍ਰਹਮਾ ਰਜੋਗੁਣੀ, ਸ਼ਿਵ ਜੀ ਤਮੋ ਗੁਣੀ ਅਤੇ ਵਿਸ਼ਨੂੰ ਸਤੋ ਗੁਣੀ ਕਹੀਦੇ ਨੇ। ਇਹ ਵੀ ਇਹ ਤੇਰੀ ਸਭ ਮਾਇਆ। ਇਹ ਵੀ ਸਭ ਤੇਰੀ ਹੀ ਮਾਇਆ ਹੈ। ਚੌਥੇ ਪਦ ਕਉ ਜੋ ਨਰ ਚੀਨੈ। ਇਹਨਾਂ ਤਿੰਨ ਗੁਣਾਂ ਨੂੰ ਛੱਡ ਕੇ ਜਿਹੜਾ ਮਨੁੱਖ ਗੁਰਾਂ ਦੁਆਰਾ ਚੌਥੇ ਤੁਰੀਆ ਪਦ ਨੂੰ ਜਾਣਦਾ ਹੈ। ਰਜੋਗੁਣ ਦਾ ਭਾਵ ਹੈ ਪਦਾਰਥਾਂ ਦੇ ਲਾਲਚ ਕਰਕੇ ਉਹਨਾਂ ਵਿੱਚ ਚਿੱਤ ਜੋੜੀ ਰੱਖਣਾ। ਤਮੋ ਗੁਣ ਦਾ ਭਾਵ ਹੈ ਕ੍ਰੋਧੀ ਸੁਭਾਅ ਹੋਣਾ। ਸਤੋ ਗੁਣ ਦਾ ਭਾਵ ਨਿਮਰਤਾ ਵਾਲੀ ਬਿਰਤੀ, ਵਡਿਆਈ ਦੀ ਇੱਛਾ ਪਰ ਉਹਨਾਂ ਦੇ ਮਨ ਵਿੱਚ ਵੀ ਬਣੀ ਰਹਿੰਦੀ ਹੈ। ਹੰਸਾ ਵਾਂਗ ਐ ਚਿੱਟੇ ਕੱਪੜੇ ਤਾਂ ਪਾਏ ਹੁੰਦੇ ਨੇ, ਪੈਸਾ ਵੀ ਨਹੀਂ ਚਾਹੁੰਦੇ, ਕਹਿੰਦੇ ਆਪਾਂ ਨਿਸ਼ਕਾਮ, ਪਰ ਜਿੰਦਾਬਾਦ ਕਰਾਉਣ ਦੀ ਇੱਛਾ ਉਹਨਾਂ ਦੇ ਮਨ ਵਿੱਚ ਵੀ ਹੁੰਦੀ ਹੈ ਕਿ ਜਿੱਧਰ ਜਾਈਏ ਸਾਨੂੰ ਵੈਲਕਮ ਹੋਵੇ, ਜੀਉ ਆਇਆ ਹੋਵੇ। ਇਹ ਸਤੋਗੁਣ ਵੀ ਇੱਕ ਬੰਦਸ਼ ਹੀ ਹੈ। ਇਹਨਾਂ ਤਿੰਨਾਂ ਗੁਣਾਂ ਨੂੰ ਛੱਡ ਕੇ ਜਿਨ੍ਹੇ ਚੌਥਾ ਪਦ ਤੁਰੀਆਂ ਨੂੰ ਜਾਣਿਆ ਹੈ, ਤਿਨ ਹੀ ਪਰਮ ਪਦ ਪਾਇਆ। ਉਸੇ ਨੇ ਹੀ ਵੱਡੀ ਪਦਵੀ ਕੇਵਲ ਮੋਖ ਇਹਨੂੰ ਪਾਉਣਾ ਕੀਤਾ ਹੈ, ਜਾਂ ਸਰੂਪ ਦੀ ਪ੍ਰਾਪਤੀ ਵੱਡਾ ਮਰਾਤਬਾ ਪਾਉਣਾ ਕੀਤਾ ਹੈ। ਤੀਰਥ ਬਰਤਾ ਨੇਮ ਸੁਚ ਸੰਜਮਾ। ਉਹ ਤੀਰਥ ਯਾਤਰਾ, ਇਕਾਦਸ਼ੀਆਂ ਆਦਿਕ ਦੇ ਵਰਤ, ਯਮ ਨੇਮ ਆਦਿਕ ਸਾਧਨ, ਸੁਚ ਪਵਿੱਤਰਤਾ ਅਤੇ ਇੰਦਰੀਆਂ ਦਾ ਦਮਨ ਆਦਿਕ ਸਾਧਨਾਂ ਦੀ ਸਦਾ ਰਹਿ ਨਿਹਕਮਾ। ਕਾਮਨਾ ਤੋਂ ਸਦਾ ਰਹਿਤ ਰਹਿੰਦਾ ਹੈ। ਤ੍ਰਿਸ਼ਨਾ ਯਰ ਮਾਇਆ ਭ੍ਰਮ ਚੁਕਾ। ਉਸ ਦੀ ਰਸਾ ਕਸਾਂ ਦੀ ਭੋਗਾਂ ਦੀ ਤ੍ਰਿਸ਼ਨਾ ਅਤੇ ਮਾਇਆ ਕਰਕੇ ਪਿਆ ਹੋਇਆ ਸਰੂਪ ਦਾ ਪਰਮ ਵੀ ਚੁੱਕਿਆ ਗਿਆ ਹੈ। ਚਿਤਵਤ ਆਤਮ ਰਮਾ। ਇਹ
ਪ੍ਰਭੂ ਉਹ ਤੈਨੂੰ ਆਪਣਾ ਰੂਪ ਕਰਕੇ ਚੇਤੇ ਕਰਦਾ ਰਹਿੰਦਾ ਹੈ। ਜਾਂ ਜਿਵੇਂ ਚੇਤਨ ਰੂਪ ਰਾਮ ਤੋਂ ਭਿੰਨ ਸਭ ਵਸਤੂਆਂ ਜੜ ਹਨ, ਇਉਂ ਚੇਤਨ ਦੀ ਅੰਸ਼ ਆਤਮਾ ਤੋਂ ਭਿੰਨ ਅਨਾਤਮ ਪਦਾਰਥ ਸਭ ਜੜ ਹਨ। ਇਸ ਲਈ ਰਾਮ ਹੀ ਆਤਮ ਤੇ ਆਤਮ ਹੀ ਰਾਮ ਹੈ। ਇਉਂ ਉਹ ਆਤਮ ਰਾਮਾ, ਆਤਮ ਭਾਵ ਤਵੰਗ ਪਦ ਲੱਖ ਅਰਥ ਤੇ ਰਾਮ ਭਾਵ ਤਤ ਪਦ ਲੱਖ ਅਰਥ ਨੂੰ ਇੱਕ ਰੂਪ ਕਰਕੇ ਹੀ ਚਿਤਵਦਾ ਰਹਿੰਦਾ ਹੈ। ਜਿਹ ਮੰਦਰ ਦੀਪਕ ਪਰਗਾਸਿਆ, ਜਿਵੇਂ ਜਿਸ ਮੰਦਰ ਘਰ ਵਿੱਚ ਦੀਵਾ ਪ੍ਰਕਾਸ਼ਦਾ ਹੈ, ਅੰਧਕਾਰ ਤਹ ਨਾਸਾ, ਉਸੇ ਘਰ ਦਾ ਹੀ ਹਨੇਰਾ ਨਾਸ਼ ਹੋ ਜਾਂਦਾ ਹੈ। ਇਸੇ ਪ੍ਰਕਾਰ ਜਿਹ ਮੰਦਰ ਦੀਪਕ ਪਰਗਾਸਿਆ, ਜਿਸ ਅੰਤਗਨ ਮੰਦਰ ਵਿੱਚ ਗਿਆਨ ਰੂਪ ਦੀਵਾ ਪ੍ਰਕਾਸ਼ਿਆ ਹੈ, ਅੰਧਕਾਰ ਤਹ ਨਾਸਾ, ਉਸੇ ਅੰਤਕਰਨ ਵਿੱਚੋਂ ਅਗਿਆਨਤਾ ਦਾ ਹਨੇਰਾ ਨਾਸ਼ ਹੋਇਆ ਹੈ। ਨਿਰਭਉ ਪੂਰ ਰਹੇ ਬ੍ਰਹਮ ਭਾਗਾ, ਇਹ ਭੈ ਤੋਂ ਰਹਿਤ ਹਰੀ ਉਸਨੇ ਐਸੇ ਨਿਸ਼ਚੈ ਕੀਤਾ ਹੈ ਕਿ ਤੁਸੀਂ ਸਭ ਤਾਈਂ ਪਰਿਪੂਰਨ ਹੋ ਰਹੇ ਹੋ। ਜਲ ਥਲ ਮਹੀਲ ਪੂਰਿਆ, ਸੁਆਮੀ ਸਿਰਜਨਹਾਰ ਅਨਕ ਭਾਂਤ ਹੋਏ ਪਸਰਿਆ, ਨਾਨਕ ਕੰਕਾਰ। ਕਹਿ ਕਬੀਰ ਜਨ ਦਾਸਾ, ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਉਹ ਪੁਰਸ਼ ਹੀ ਤੇਰਾ ਅਸਲ ਦਾਸਾ ਸੇਵਕ ਹੈ, ਜਾਂ ਉਸ ਪੁਰਖ ਦਾ ਮੈਨੂੰ ਦਾਸ ਬਣਾਉਣਾ ਕਰੋ। ਇਉਂ ਇਹ ਕਬੀਰ ਜੀ ਨੇ ਬੜੀ ਨਿਮਰਤਾ ਜਨਾਈ ਹੈ। ਕਿ ਨਹੀਂ ਬਣ ਜੇ ਅਕਾਂਸੀ ਤਾਂਬਾ, ਇਸ ਪਾਵਨ ਸ਼ਬਦ ਵਿੱਚ ਭਗਤ ਕਬੀਰ ਸਾਹਿਬ ਜੀ ਸੰਸਾਰੀ ਪੁਰਖਾਂ ਦੇ ਕਾਰੋ ਵਿਹਾਰਾਂ ਅਤੇ ਮਹਾਤਮਾ ਦੇ ਪਰਮਾਰਥ ਦੇ ਵਿਵਹਾਰਾਂ ਦੀ ਬਾਬਤ ਕਥਨ ਕਰਦੇ ਨੇ ਕਿ ਇਹ ਭਾਈ ਕਿਸੇ ਨੇ ਕਹਿ ਅਤੇ ਤਾਂਬੇ ਆਦਿਕ ਧਾਤਾਂ ਦਾ ਵਪਾਰ ਕੀਤਾ ਹੈ। ਕਿ ਨਹੀਂ ਲੌਂਗ ਸੁਪਾਰੀ, ਕਿਸੇ ਨੇ ਲੌਂਗ ਅਤੇ ਸੁਪਾਰੀ ਆਦਿਕ ਪਦਾਰਥਾਂ ਨੂੰ ਵੰਡਣਾ ਕੀਤਾ ਹੈ। ਇਸੇ ਪ੍ਰਕਾਰ ਕਿ ਨਹੀਂ ਬਣ ਜੇ ਅਕਾਂਸੀ ਤਾਂਬਾ, ਕਿਸੇ ਨੇ ਕਾਂਸੀ ਵਿੱਚ ਜਾ ਕੇ ਕਰਵੱਤਰ ਨੂੰ ਲੈਣ ਰੂਪ ਵੰਜਣਾ ਖਰੀਦਣਾ ਕੀਤਾ ਹੈ। ਕਿਸੇ ਨੇ ਤਾਂਬੇ ਆਦਿਕ ਦੀਆਂ ਜ਼ੰਜੀਰਾਂ ਲੱਕ ਨੂੰ ਬੰਨ੍ਹਣ ਰੂਪ ਇਹ ਤਾਮਸੀ ਤਪ ਕੀਤਾ ਹੈ, ਵਣਜ ਕੀਤਾ ਹੈ, ਤਾਮਸੀ ਤਪ ਰੂਪੀ ਵਪਾਰ ਕੀਤਾ ਹੈ। ਕਿ ਨਹੀਂ ਲੌਂਗ ਸੁਪਾਰੀ, ਕਿਸੇ ਨੇ ਲੌਂਗ ਸੁਪਾਰੀ ਦੀ ਤਰ੍ਹਾਂ ਅਨੇਕਾਂ ਸਮੱਗਰੀਆਂ ਲੈ ਕੇ ਜਗ ਕਰਨ ਰੂਪ ਵਣਜ ਕੀਤਾ ਹੈ। ਸਵਾਹਾ ਸੁਰਤੀਆਂ ਪੜ੍ਹ ਕੇ ਫਿਰ ਸਵਾਹਾ, ਜਦੋਂ ਕਹਿੰਦੇ ਸਵਾਹਾ ਇਸ ਤਰ੍ਹਾਂ ਬੋਲਾਂਗੇ ਸਾਰੇ ਵਿੱਚ ਸਮੱਗਰੀ ਸੁੱਟਣ। ਇਉਂ ਅੱਗ ਦੇ ਵਿੱਚ ਹਵਨ ਕੀਤੀਆਂ ਨੇ ਸਮੱਗਰੀਆਂ। ਸੰਤ ਹਉ ਬਨ ਜੇ ਨਾਮ ਗੋਬਿੰਦ ਕਾ, ਸੰਤ ਜਨਾਂ ਨੇ ਪਰਮਾਤਮਾ ਦਾ ਨਾਮ ਹੀ ਖਰੀਦਣਾ ਕੀਤਾ ਹੈ। ਸੱਚ ਵਪਾਰ ਕਰੋ ਵਪਾਰੀ, ਦਰਗਹ ਨਿਭੈ ਖੇਪ ਤੁਮਾਰੀ। ਇਹਾਂ ਖਾਟ ਚਲੋ ਹਰ ਲਾਹ, ਆਗੇ ਬਸਨ ਸੁਹੇਲਾ। ਭਾਵ ਨਾਮ ਦਾ ਵੀ ਜਪਣ ਜਪਾਉਣ ਰੂਪ ਵਪਾਰ ਕੀਤਾ ਹੈ। ਨਾਮ ਦਾ ਹੀ ਜਪਣ ਜਪਾਉਣ ਰੂਪ ਵਪਾਰ ਕੀਤਾ ਹੈ। ਐਸੀ ਖੇਪ ਹਮਾਰੀ, ਮਹਾਰਾਜ ਕਬੀਰ ਜੀ ਕਹਿੰਦੇ ਨੇ ਕਿ ਇਹੋ ਜਿਹੀ
ਸਾਡੀ ਨਾਮ ਦੀ ਹੀ ਖੇਪ ਨਾਮ ਹੈ ਪੂੰਜੀ ਹੈ। ਹਰ ਕੇ ਨਾਮ ਕੇ ਵਿਆਪਾਰੀ, ਭਾਈ ਅਸੀਂ ਹਰੀ ਪਰਮਾਤਮਾ ਦੇ ਨਾਮ ਦੇ ਹੀ ਵਪਾਰੀ ਹਾਂ। ਹੀਰਾ ਹਾਥ ਚੜਿਆ ਨਿਰਮੋਲਕ, ਸਾਡੇ ਮਨ ਰੂਪ ਹੱਥ ਵਿੱਚ ਹਰੀ ਰੂਪ ਜਾਂ ਨਾਮ ਰੂਪ ਨਿਰਮੋਲਕ ਅਮੋਲਕ ਹੀਰਾ ਚੜ ਗਿਆ, ਸਾਖਿਆਤਕਾਰ ਹੋਇਆ ਹੈ। ਕੀਰਤਨ ਨਿਰਮੋਲਕ ਹੀਰਾ, ਆਨੰਦ ਗੁਣੀ ਗਹੀਰਾ, ਅਨਹਦ ਬਾਣੀ ਪੂੰਜੀ ਸੰਤਨ ਹੱਥ ਰਾਖੀ ਕੁੰਜੀ। ਛੂਟ ਗਈ ਸੰਸਾਰੀ, ਜਿਸ ਕਰਕੇ ਸਾਡੀ ਸੰਸਾਰ ਦੇ ਵਿਹਾਰਾਂ ਵਾਲੀ ਬਿਰਤੀ ਹੋਈ ਛੁੱਟ ਗਈ ਹੈ, ਜਾਂ ਸੰਸਾਰੀ ਬਣ ਕੇ ਵਿਕਾਰਾਂ ਵਾਲੀ ਦ੍ਰਿਸ਼ਟੀ ਛੁੱਟ ਗਈ ਹੈ। ਰਹਾਉ ਵਿਸ਼ਰਾਮ ਦੇ ਕਰ ਫੁਰਮਾਨ ਕਰਦੇ ਨੇ, ਸਾਚੇ ਲਾਏ ਤੋਂ ਸੱਚ ਲਾਗੇ। ਅਸੀਂ ਜੋ ਪਾਤਸ਼ਾਹ ਜੀ ਕਹਿੰਦੇ ਕਿ ਸੱਚੇ ਪਰਮਾਤਮਾ ਦੁਆਰਾ ਨਾਮ ਜਪਣ ਦੇ ਵਿੱਚ ਲਾਏ ਗਏ ਹਾਂ ਜਦ, ਸਾਚੇ ਕੇ ਵਿਵਹਾਰੀ, ਤਦੋਂ ਹੀ ਸੱਚੇ ਨਾਮ ਜਪਣ ਵਿੱਚ ਅਸੀਂ ਲੱਗੇ ਆ। ਇਉਂ ਅਸੀਂ ਸੱਚੇ ਨਾਮ ਦੇ ਜਪਣ ਜਪਉਣ ਰੂਪ ਵਪਾਰੀ ਹਾਂ। ਜਨ ਨਾਨਕ ਧੂੜ ਮੰਗੈ ਤਿਸ ਗੁਰ ਸਿੱਖ ਕੀ, ਜੋ ਆਪ ਜਪੈ ਅਬ ਰਹਿ ਨਾਮ ਜਪਾਵੇ। ਸਾਚੀ ਬਸਤ ਕੇ ਭਾਰ ਚਲਾਏ, ਅਸੀਂ ਸੱਚੀ ਨਾਮ ਸ਼ਰਵਣ ਮੰਨਣ ਧਿਆਸਨ ਰੂਪ ਜਾਂ ਭਗਤੀ ਰੂਪ ਵਸਤੂ ਦੇ ਭਾਰ ਆਪਣੇ ਅੰਤਕਰਨ ਰੂਪ ਗੱਡੀ ਉੱਪਰ ਲੱਦ ਕੇ ਚੱਲਦੇ ਹਾਂ। ਪਹੁੰਚੇ ਜਾਏ ਭੰਡਾਰੀ, ਇਸ ਨਾਲ ਖਜ਼ਾਨਿਆਂ ਵਾਲੇ ਹਰੀ ਪਾਸ ਪਹੁੰਚ ਜਾਵਾਂਗੇ। ਜਾਂ ਭੰਡ ਅਰੀ ਵਿਦਿਆ ਰੂਪ ਭੰਡ ਦਾ ਵੈਰੀ, ਭਾਵ ਗਿਆਨ ਅਰਥਾਤ ਗਿਆਨ ਸਰੂਪ ਦੇ ਵਿੱਚ ਪਹੁੰਚ ਜਾਵਾਂਗੇ। ਜਾਂ ਸੰਤਾਂ ਮਹਾਤਮਾ ਰੂਪ ਭੰਡਾਰੀਆਂ ਬਾਸ, ਭਾਵ ਉਹਨਾਂ ਦੀ ਸੰਗਤ ਵਿੱਚ ਪਹੁੰਚ ਗਏ ਹਾਂ। ਆਪੈ ਰਤਨ ਜਵਾਹਰ ਮਾਨਕ, ਹੁਣ ਐਸਾ ਨਿਸ਼ਚੈ ਕੀਤਾ ਹੈ ਕਿ ਉਹ ਪਰਮਾਤਮਾ ਆਪ ਹੀ ਵੈਰਾਗ ਰੂਪ ਰਤਨ, ਅਪਰੋ ਗਿਆਨ ਰੂਪ ਜਵੇਹਰ ਅਤੇ ਸ਼੍ਰਵਣ ਮੰਨਣ ਰੂਪ ਮਾਨਕ ਦੀ ਤਰ੍ਹਾਂ ਹੈ। ਆਪੈ ਹੈ ਪਾਸਾਰੀ, ਅਤੇ ਆਪ ਹੀ ਸੰਸਾਰ ਦੇ ਪਸਾਰੇ ਨੂੰ ਰਚਣ ਵਾਲਾ ਹੈ। ਜਾਂ ਆਪ ਹੀ ਜਗਿਆਸੂ ਦੇ ਅੰਦਰ ਸਾਧਨਾਂ ਦੇ ਪਸਾਰੇ ਨੂੰ ਰਚਣ ਵਾਲਾ ਹੈ। ਆਪੈ ਦੇ ਦਿਸ ਆਪ ਚਲਾਵੈ, ਉਹ ਪ੍ਰਭੂ ਆਪ ਹੀ 10 ਦਿਸ਼ਾਵਾਂ ਰੂਪ ਹੈ ਅਤੇ ਆਪ ਹੀ ਜੀਵਨ ਦੀ ਵਾਸ਼ਨਾ ਅਨੁਸਾਰ ਇਹਨਾਂ ਦਿਸ਼ਾਵਾਂ ਵਿੱਚ ਜੀਵਨ ਨੂੰ ਚਲਾਉਂਦਾ ਹੈ। ਇਸੇ ਪ੍ਰਕਾਰ ਆਪੈ ਦੇ ਦਿਸ ਆਪ ਚਲਾਵੈ, ਆਪ ਹੀ 10 ਇੰਦਰੀਆਂ ਰੂਪ 10 ਦਿਸ਼ਾਵਾਂ ਰੂਪ ਅਤੇ ਆਪ ਹੀ ਇਹਨਾਂ ਇੰਦਰੀਆਂ ਦੀ ਵਾਸ਼ਨਾ ਵਿੱਚ ਜੀਵਨ ਦੀ ਕਰਨੀ ਅਨੁਸਾਰ ਚਲਾਉਣਾ ਕਰਦਾ ਹੈ। ਇਸੇ ਪ੍ਰਕਾਰ ਆਪੈ ਦੇ ਦਿਸ ਆਪ ਚਲਾਵੈ, ਚੇਤਨ ਸਰੂਪ ਹਰੀ ਆਪ 10 ਦਿਸ਼ਾਵਾਂ ਵਿੱਚ ਵਿਆਪਕ ਹੈ ਅਤੇ ਜਗਿਆਸੂ ਦੇ ਮਨ ਨੂੰ ਆਪਣੇ ਸਰੂਪ ਦੀ ਪ੍ਰਾਪਤੀ ਕਰਾਉਣ ਵਾਲੇ ਪ੍ਰੇਮਾ ਭਗਤੀ ਦੇ ਰਸਤੇ ਉੱਪਰ ਚਲਾਉਣਾ ਕਰਦਾ ਹੈ। ਨਿਹਚਲ ਹੈ ਵਿਆਪਾਰੀ, ਹਰੀ ਆਪ ਅਚਲ ਵਪਾਰੀ ਹੈ। ਜਾਂ ਨਾਮ ਦਾ ਜਪਣ ਜਪਾਉਣ ਨੂੰ ਵਪਾਰ ਕਰਨ ਵਾਲੇ ਮਹਾਤਮਾ ਅਚਲ ਸਰੂਪ ਦੇ ਵਿੱਚ ਸਥਿਤ ਹੋ ਕੇ ਰਹਿੰਦੇ ਹਨ। ਮਨ ਕਰ ਬੈਲ ਸੁਰਤ ਕਰ ਪੈਟਾ, ਇਸ ਵਪਾਰ ਦੇ ਲਈ ਅਸੀਂ ਮਨ ਨੂੰ ਬਲਦ ਬਣਾਉਣਾ ਕੀਤਾ ਹੈ। ਸੁਰਤ ਜੋ ਬਿਰਤੀ ਸ੍ਰੇਸ਼ਟ ਪ੍ਰੀਤੀ ਦਾ
ਪੈਂਡਾ ਮਾਰਗ ਕੀਤਾ ਹੈ। ਗਿਆਨ ਗੋਨ ਭਰ ਡਾਰੀ ਅਤੇ ਗਿਆਨ ਰੂਪ ਗੋਣ ਬੋਰੀ ਭਰ ਕੇ ਉਹ ਜੋ ਖੋਤਿਆਂ ਦੇ ਜਾਂ ਬਲਦਾਂ ਦੇ ਉੱਪਰ ਛੱਟ ਜਿਹੀ ਲੱਦੀ ਹੁੰਦੀ ਹੈ, ਉਹ ਵੱਡੇ ਸਾਰੇ ਬੋਰੇ ਨੂੰ ਵਿੱਚੋਂ ਫਾੜ ਕੇ ਅੱਧਾ ਉੱਧਰ ਕਰਕੇ ਇਹਦੇ ਉੱਪਰ ਆ ਬੈਠੇ ਹੁੰਦੇ ਨੇ। ਤੋ ਇਸ ਤਰ੍ਹਾਂ ਇਹ ਜਿਹੜੀ ਬੋਰੀ ਭਰ ਕੇ ਉਸ ਬਲਦ ਦੇ ਉੱਪਰ ਸੁੱਟੀ ਲੱਦਣਾ ਕੀਤੀ ਹੈ। ਇਸੇ ਪ੍ਰਕਾਰ ਗਿਆਨ ਗੋਨ ਭਰ ਡਾਰੀ ਅੰਤਕਰਨ ਰੂਪੀ ਬੋਰੀ ਵਿੱਚ ਗਿਆਨ ਰੂਪੀ ਵਸਤੂ ਭਰ ਕੇ ਸੁੱਟੀ ਹੋਈ ਲੱਦੀ ਹੋਈ ਹੈ। ਕਹਿਤ ਕਬੀਰ ਸੁਨਹੁ ਰੇ ਸੰਤਾ ਹੋ। ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਰੇ ਸੰਤ ਹੋ, ਹੇ ਸੰਤ ਜਨੋ, ਇਹ ਵਿਚਾਰ ਸੁਣਨਾ ਕਰੋ। ਨਿਭਹੀ ਖੇਪ ਹਮਾਰੀ ਇੰਜ ਸਾਡੀ ਨਾਮ ਰੂਪ ਬ੍ਰਹਮ ਗਿਆਨ ਰੂਪ ਜੀਵਨ ਮੁਕਤੀ ਰੂਪ ਖੇਪ ਪੂੰਜੀ ਸਿਰ ਤੋੜ ਤੱਕ ਨਿਭ ਗਈ ਹੈ। ਰੀ ਕਲਵਾਰ ਗਵਾਰ ਮੂੜ ਮਤ। ਕੋਈ ਜੋਗੀ ਭਗਤ ਕਬੀਰ ਸਾਹਿਬ ਜੀ ਦੇ ਪਾਸ ਆਇਆ ਜਿਸ ਦੀ ਸ਼ਰਾਬ ਪੀਣ ਦੀ ਆਦਤ ਸੀਗੀ। ਮੈਂ ਪਹਿਲਾਂ ਵੀ ਕਈ ਵਾਰ ਬੇਨਤੀ ਕੀਤੀ ਹੈ ਕਿ ਜਿਹੜੀ ਸ਼ਰਾਬ ਹੈ ਤੇ ਹੋਰ ਨਸ਼ੇ ਨੇ, ਇਹ ਕੇਵਲ ਤੇ ਕੇਵਲ ਗੁਰਦੁਆਰਾ ਸਾਹਿਬ ਦੇ ਵਿੱਚ ਹੀ ਮਨਾ ਹਨ। ਮੰਦਰਾਂ ਮਸੀਤਾਂ ਦੇ ਮੁੱਢ ਵਿੱਚ ਪਾਨ ਸੁਪਾਰੀ ਤਮਾਕੂ ਦੀਆਂ ਦੁਕਾਨਾਂ ਤੁਸੀਂ ਦੇਖੋਗੇ, ਉੱਥੋਂ ਦੇ ਮੁੱਲਾਂ ਗਾ ਜੀ ਪੰਡਤ ਪੁੰਡਤ ਸਭ ਚਪੜ ਮੂੰਹ ਮਾਰਦੇ ਹੋਣਗੇ। ਨਸ਼ੇ ਪੱਤੇ ਖਾਂਦੇ ਵੀ ਨੇ ਤੇ ਪੀਂਦੇ ਵੀ ਨੇ। ਮਸੀਤਾਂ ਦੇ ਮੁੱਢ ਵਿੱਚ ਵੀ ਮੀਟ ਮੁਰਗੇ ਦੀਆਂ ਹਲਾਲ ਦੀਆਂ ਦੁਕਾਨਾਂ ਹਨ। ਇਉਂ ਗੰਦਮੰਦ ਸਭ ਜਗ੍ਹਾ ਚੱਲਦਾ ਹੈ। ਇੱਕ ਗੁਰੂ ਘਰ ਦੇ ਵਿੱਚ ਸਖਤ ਮਨਾਹੀ ਹੈ। ਜੋ ਗੁਰੂ ਘਰ ਦੇ ਵਿੱਚ ਸੰਤ ਭਗਤ ਪ੍ਰਵਾਨ ਹੋਏ ਨੇ ਉਹ ਵੀ ਸੱਚੀ ਸੁੱਚੀ ਬਿਰਤੀ ਵਾਲੇ ਸਨ। ਕਿੰਨੀ ਹੈਰਾਨੀ ਦੀ ਗੱਲ ਹੈ, ਸਾਡਾ ਸਕਾ ਪਿਓ ਚੜ੍ਹਾਈ ਕਰ ਜਾਏ, ਪਿਓ ਦਾ ਸਾਇਆ ਹਮੇਸ਼ਾ ਸਾਡੇ ਸਿਰ ਉੱਪਰ ਰਹੇ। ਪਰ ਇੱਕ ਉਦਾਹਰਨ ਹੈ, ਮਾਫ ਕਰਨਾ, ਆਪਾਂ ਉਹਨੂੰ ਵੀ ਸੰਸਕਾਰ ਤੋਂ ਬਾਅਦ ਆ ਕੇ ਤੇ ਕੱਪੜੇ ਲਾ ਕੇ ਇਸ਼ਨਾਨ ਕਰਦੇ ਵੀ ਮੁਰਦੇ ਨਾਲ ਸਾਡਾ ਸਰੀਰ ਟੱਚ ਹੋਇਆ। ਮੁਰਦਾ ਸਾੜਨ ਤੋਂ ਬਾਅਦ ਤਾਂ ਬੰਦਾ ਨਹਾਉਂਦਾ ਹੈ ਤੇ ਜਿਉਂਦਿਆਂ ਜੀਵਾਂ ਨੂੰ ਛੁਰੀ ਮਾਰ ਕੇ ਤੇ ਡਕਾਰ ਜਾਂਦਾ ਹੈ। ਕਿੰਨੀ ਹੈਰਾਨੀ ਦੀ ਗੱਲ ਹੈ, ਦੱਸੋ ਹੈ ਕੋਈ ਬੰਦੇ ਵਾਲੀ ਗੱਲ? ਮੈਨੂੰ ਤਾਂ ਜਾਪਦੀ ਨਹੀਂ। ਕਰਤੂਤ ਪਸ਼ੂ ਕੀ ਮਾਨਸ ਜਾਤ। ਉਹ ਕਹਿੰਦਾ ਵੀ ਮਰੇ ਨੂੰ ਹੱਥ ਨਹੀਂ ਲਾਉਣਾ, ਜੇ ਹੱਥ ਲਾਤਾ ਤਾਂ ਮੈਂ ਅਪਵਿੱਤਰ ਹੋ ਜਾਊਂਗਾ। ਜਿਹਦੇ ਘਰ ਮਰਿਆ ਹੋਵੇ ਉੱਥੇ ਉਹ ਚੁੱਲ੍ਹਾ ਨਹੀਂ ਬਲਦਾ, ਚਾਹ ਵੀ ਗੁਆਂਢੀ ਪਿਆਉਂਦੇ ਨੇ, ਤੇ ਜਿਉਂਦਿਆਂ ਜੀਵਾਂ ਨੂੰ ਮਾਰ ਕੇ ਹੜਪ ਜਾਂਦਾ ਹੈ। ਜਾਂ ਰਿਸ਼ਵਤਖੋਰੀ ਵੱਡੀ ਖੋਰੀ, ਗਰੀਬਾਂ ਦੇ ਗਲੇ ਵੱਢ ਕੇ ਖੂਨ ਚੂਸਦਾ, ਉਹਨਾਂ ਦੇ ਖੂਨ ਪਸੀਨੇ ਦੀ ਕਮਾਈ ਨੂੰ ਆਪ ਕਬਜ਼ਾ ਕਰ ਲੈਂਦਾ। ਕਿੰਨੀ ਮੂਰਖ ਦੁਨੀਆ ਹੈ। ਸ਼ਰਾਬ ਤਾਂ ਟੋਟਲੀ ਸਾਰੇ ਪੀਂਦੇ ਨੇ। ਇਹ ਆਦਤ ਛਡਾਉਣ ਲਈ ਕਬੀਰ ਸਾਹਿਬ ਜੀ ਇਹ ਸ਼ਬਦ ਉਚਾਰਦੇ ਨੇ। ਸੱਚਮੁੱਚ ਜੀ ਆਪਾਂ ਡੇਲੀ ਨਿਤਨੇਮ ਕਰਨ ਲੱਗ ਪਈਏ। ਇੱਕ ਸੋਹੀਆਂ ਦੇ ਗੁਰਮੁਖ ਪਿਆਰੇ ਗੁਰਦੁਆਰੇ ਸਾਹਿਬ ਦੇ ਸੈਕਟਰੀ ਫੌਜੀ ਰਿਟਾਇਰ ਹੋਏ, ਉਹਨਾਂ ਨੂੰ ਮੈਂ ਪੁੱਛਿਆ, ਮੇਰਾ ਸੁਭਾਅ ਹੀ ਹੈ, ਮੈਂ ਕਿਹਾ ਵੀ ਤੁਸੀਂ ਜਿਹੜੇ ਫੌਜੀ ਲੋਕ ਹੋ, ਤੁਹਾਨੂੰ ਤਾਂ ਸਭ ਕੁਝ ਫ੍ਰੀ ਮਿਲਦਾ, ਸ਼ਰਾਬ ਵੀ ਤੇ ਮੀਟ ਮੁਰਗਾ ਵੀ, ਤੇ ਤੁਸੀਂ ਬਾਬੇ ਕਿਵੇਂ ਬਣ ਗਏ ਬਈ ਦੱਸੋ? ਕਹਿੰਦੇ ਕਿ ਖਾਈ ਪੀਵੀ ਦਾ ਤਾਂ ਸਾਰਾ ਕੁਝ ਸੀਗਾ, ਤੇ ਪਰ ਭੁੱਲ ਭੁਲੇਖੇ ਗੁਰਦੁਆਰੇ ਦੇ ਬਾਬੇ ਨਾਲ ਯਾਰੀ ਪੈ ਗਈ। ਉਹ ਕਹਿਣ ਲੱਗਾ ਵੀ ਰੋਜ਼ ਆਇਆ ਕਰੋ, ਕਿਉਂਕਿ ਸਾਡਾ ਤਾਂ ਕੰਮ ਹੀ ਇਹ ਹੈ। ਖਾਲੀ ਗੁਰਦੁਆਰਾ ਥੋੜ੍ਹਾ ਚੰਗਾ ਲੱਗਦਾ, ਸੰਗਤਾਂ ਹੋਣਗੀਆਂ ਤਾਂ ਹੀ ਦਿਲ ਲੱਗੂਗਾ। ਤੇ ਉਹਨੇ ਰਹਿਰਸ ਦਾ ਪਾਠ ਕਰਨਾ ਤੇ ਕਹਿੰਦਾ ਮੈਂ ਬਹਿ ਕੇ ਸੁਣਨਾ, ਨਾਲੇ ਮਾੜਾ ਮੋਟਾ ਪ੍ਰਸ਼ਾਦ ਵਰਤਾਈ ਜਾਣਾ, ਪਹਿਰਾ ਲਾਈ ਜਾਣਾ। ਇਹੋ ਮੇਰੀ ਆਦਤ ਬਣ ਗਈ।
ਤੇ ਆ ਕੇ ਮੈਸ ਵਿੱਚ ਖਾਣਾ ਪੀਣਾ ਵੀ ਚੱਲਣਾ। ਉਹ 15 ਕੁ ਦਿਨ ਹੋਏ, ਆਤਮਾ ਨੇ ਆਵਾਜ਼ ਦਿੱਤੀ ਵੀ ਮਨਾ ਇਹ ਕੰਮ ਗਲਤ ਹੈ, ਜਾਂ ਤਾਂ ਬਾਬਾ ਛੱਡ ਦੇ ਤੇ ਜਾਂ ਫਿਰ ਆਹ ਕੰਮ ਛੱਡ ਦੇ। ਕਹਿੰਦੇ ਸੋਦਰ ਰਹਿ ਰਸ ਦੇ ਪਾਠ ਨੇ ਮੇਰੇ ਕੋ ਗੰਦਮੰਦ ਛਡਾਤਾ। ਫਿਰ ਹੌਲੀ ਹੌਲੀ ਸਵੇਰੇ ਵੀ ਜਾਣਾ ਸ਼ੁਰੂ ਕਰ ਦਿੱਤਾ, ਜਪਜੀ ਸਾਹਿਬ ਦਾ ਪਾਠ ਵੀ ਸੁਣਨਾ, ਬਾਬੇ ਨਾਲ ਪ੍ਰਕਾਸ਼ ਵੀ ਕਰਾਉਣਾ। ਫੌਜ ਦੇ ਵਿੱਚ ਮੰਦਿਰ ਵੀ ਹੁੰਦਾ, ਗੁਰਦੁਆਰਾ ਵੀ ਹੁੰਦਾ ਤੇ ਮਸੀਤ ਵੀ, ਸਭ ਧਰਮਾਂ ਦਾ ਸਤਿਕਾਰ ਕੀਤਾ ਜਾਂਦਾ। ਤੇ ਜਦ ਮੈਂ ਉਹਨੂੰ ਮਿਲਿਆ ਤਾਂ ਮੂੰਹ ਜ਼ਬਾਨੀ 5 ਬਾਣੀਆਂ ਦੇ ਰਹਿਰਸ ਦਾ ਪਾਠ ਯਾਦ ਸੀਗਾ। ਸਾਡੇ ਵਰਗਿਆਂ ਲਈ ਵੀ ਨਿਤਨੇਮ ਔਖਾ ਬਣ ਜਾਂਦਾ, ਕਰਨਾ ਬੜਾ ਕਠਿਨ ਹੈ, ਪਰ ਇੱਕ ਸਿੱਧਾ ਸਾਦਾ ਇਨਸਾਨ ਬਿਲਕੁਲ ਭੋਲਾ ਭਾਲਾ, ਪਰ ਬਾਣੀ ਦਾ ਨਿਤਨੇਮ ਜ਼ਬਾਨੀ ਯਾਦ। ਤੇ ਇਸ ਵਾਸਤੇ ਇਹ ਜਿਹੜੀ ਗੁਰਬਾਣੀ ਹੈ ਜੀ, ਅੰਮ੍ਰਿਤ ਛਕ ਕੇ ਵੀ ਆਪਾਂ ਨਹੀਂ ਪੜਾਂਗੇ ਤੇ ਪੁੱਠੇ ਪਾਸੇ ਮਨ ਜਾਊਗਾ ਹੀ ਜਾਊਗਾ, ਪੱਕੀ ਗੱਲ ਹੈ। ਤੇ ਜੇ ਅੰਮ੍ਰਿਤ ਤੋਂ ਬਗੈਰ ਵੀ ਪੜ੍ਹਨ ਲੱਗ ਪਵਾਂਗੇ ਤਾਂ ਵੀ ਮਨ ਸਿੱਧਾ ਹੋ ਜਾਊਗਾ। ਕਿਰਪਾ ਬਾਣੀ ਨੇ ਕਰਨੀ ਹੈ। ਆ ਜਿਹੜਾ ਅੰਮ੍ਰਿਤ ਹੈ, ਗਾਤਰਾ ਹੈ ਤਾਂ ਇੱਕ ਕੰਡੀਸ਼ਨਾਂ ਨੇ, ਇਹ ਤਾਂ ਇੱਕ ਡਿਸਿਪਲਿਨ ਹੈ। ਹੁੰਦੀ ਉਤਰਾ ਅੰਮ੍ਰਿਤ ਦੇ ਨਾਲ ਵੀ ਕਿਰਪਾ ਹੈ, ਪਰ ਥੋੜਾ ਬਹੁਤਾ ਤਾਂ ਯਤਨ ਕਰਨਾ ਹੀ ਪਏਗਾ। ਜਿੰਨੇ ਸ਼ਰਾਬ ਦੀ ਜਾਂ ਨਸ਼ੇ ਦੀ ਭੈੜੀ ਆਦਤ ਛੱਡਣੀ ਹੈ, ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਇਸ ਤਰ੍ਹਾਂ ਹੀ ਪ੍ਰੇਰਿਤ ਕੀਤਾ ਜਾਂਦਾ ਹੈ। ਉਹ ਆਪਦਾ ਮਨ ਗੁਟਕੇ ਦੇ ਵਿੱਚ ਲਾਏ, ਗੁਰਬਾਣੀ ਦੇ ਨਿਤਨੇਮ ਵਿੱਚ ਲਾਏ, ਸ਼ਬਦਾਂ ਨੂੰ ਪੜ੍ਹੇ ਵਿਚਾਰੇ। ਸੋ ਸ਼ਰਾਬ ਛੱਡਣ ਵਾਲਾ ਬੰਦਾ ਜੀ, ਉਹਦਾ ਦਿਲ ਕਰਦਾ ਵੀ ਇਹ ਕੰਮ ਮਾੜਾ, ਤਾਂ ਆਹ ਸ਼ਬਦ ਸੁਣੋ ਭਾਈ ਪਿਆਰ ਨਾਲ। ਹਰੀ ਕਲਵਾਰ ਗਵਾਰ ਮੂੜ ਮਾਤਾ। ਇਹ ਜਿਹੜੀ ਸ਼ਰਾਬ ਹੈ, ਕਿਸੇ ਬੀਬੀ ਨੂੰ, ਕਿਸੇ ਭੈਣ ਨੂੰ ਪੁੱਛ ਕੇ ਵੇਖ ਲਓ। ਆ ਕੁੰਮੜੇ ਠੇਕਾ ਖੁੱਲਿਆ ਸੀ, ਲੋਕ ਟਲਦੇ ਥੋੜੋ ਨੇ, ਜਿੰਨਾ ਮਰਜੀ ਬੀਬੀਆਂ ਨੇ ਵਿਰੋਧ ਕੀਤਾ ਪਰ ਉੱਥੇ ਖੁੱਲ ਗਿਆ। ਹੈਰਾਨੀ ਦੀ ਗੱਲ ਹੈ, ਸਾਡੀ ਗੌਰਮੈਂਟ ਵੇਖੋ ਕਿੰਨਾ ਪ੍ਰਚਾਰ ਕਰਦੀ ਹੈ, ਪਰ ਉਹ ਖੁਦ ਸ਼ਰਾਬ ਦੇ ਠੇਕੇ ਦੇ ਰਹੀ ਹੈ। ਕਹਿੰਦੇ ਜਿੰਨਾ ਟੈਕਸ ਇਹਦੇ ਤੋਂ ਆਉਂਦਾ ਉਹਨਾਂ ਕਿਤੋਂ ਆਉਂਦਾ ਹੀ ਨਹੀਂ। ਆ ਬੀੜੀਆਂ ਸਿਗਰਟਾਂ ਦੇ ਬੋਰੀਆਂ ਦੇ ਬੋਰੇ ਭਰ ਕੇ ਵੈਲਿਡ ਹੈ, ਉਹ ਸਰਕਾਰ ਵੱਲੋਂ ਲਾਇਸੈਂਸ ਮਿਲਦੇ ਨੇ ਠੇਕੇਦਾਰੀ ਦਾ ਹਰੇਕ ਜਗ੍ਹਾ ਤੇ। ਦੁੱਧ ਤਾਂ ਤੁਹਾਨੂੰ ਵੇਲੇ ਕਵੇਲੇ ਕਦੀ ਨਹੀਂ ਮਿਲੂਗਾ, ਰਾਤ ਨੂੰ ਜਾਂ ਦੁਪਹਿਰੇ ਕਹਿਣਗੇ ਸਵੇਰੇ ਸ਼ਾਮ ਟਾਈਮ ਸਿਰ ਆਇਓ, ਪਰ ਸ਼ਰਾਬ ਦੀ ਬੋਤਲ ਜਦੋਂ ਮਰਜ਼ੀ ਲੈ ਲਓ। ਹੈ ਘਰ ਵਿੱਚ ਕਲੇ ਕਲੇਸ਼ ਵਾਲੀ, ਸਾਰੇ ਚਾਹੁੰਦੇ ਨੇ ਵੀ ਇਹ ਕਲੇਸ਼ ਨਿਕਲ ਜਾਏ, ਖਤਮ ਹੋ ਜਾਏ, ਪਰ ਫਿਰ ਵੀ ਬੰਦਾ ਸਭ ਕੁਛ ਕਰ ਰਿਹਾ ਹੈ। ਇਹ ਜਿਹੜੇ ਕਲਵਾਰ ਕਲੇਸ਼ ਵਾਲੇ, ਸ਼ਰਾਬ ਕੱਢਣ ਵਾਲੇ, ਸ਼ਾਸਤਰ ਗਿਆਨ ਵੱਲੋਂ ਬੇਸਮਝ ਤੇ ਪਰਮਾਰਥ ਵੱਲੋਂ ਮੂਰਖ ਬੁੱਧੀ ਵਾਲੇ, ਇਹ ਜੋਗੀਆ, ਇਹ ਮੂਰਖ ਸ਼ਰਾਬੀਓ ਕਬਾਬੀਓ, ਉਲਟੋ ਪਵਨ ਫਿਰਾਵਾਓ। ਤੂੰ ਅਪਾਨ ਵਾਯੂ ਤੇ ਪ੍ਰਾਣਾਂ ਨੂੰ ਉਲਟਾ ਕਰਕੇ ਦਸਮ ਦੁਆਰ ਵੱਲ ਫੇਰਨਾ ਕਰ। ਅਸਲ 'ਚ ਸ਼ਰਾਬੀ ਜੋਗੀ ਨੂੰ ਉਪਦੇਸ਼ ਹੈ। ਜਿਹੜਾ ਧਰਮੀ ਬਣ ਕੇ ਇਹ ਕੰਮ ਕਰਦਾ ਉਹ ਤਾਂ ਬਹੁਤਾ ਹੀ ਬੁਰਾ ਹੈ। ਇਸੇ ਪ੍ਰਕਾਰ ਹਰੀ ਕਲਵਾਰ ਗਵਾਰ ਮੂੜ ਮਤ। ਇੰਦਰੀਆਂ ਨੂੰ ਵਿਸ਼ਿਆਂ ਵੱਲੋਂ ਵਰਜ ਕੇ ਸ਼ਾਂਤ ਕਰ, ਬੇਸਮਝ ਪੁਣੇ ਨੂੰ ਗਵਾ ਦੇ ਅਤੇ ਮਤ ਬੁੱਧ ਦੇ ਤਾਈ ਮੂੜੇ ਵਾਂਗ ਅਸਥਿਤ ਕਰ। ਉਲਟੋ ਪਵਨ ਫਿਰਾਵੋ। ਅਤੇ ਸੰਸਾਰ ਦੀ ਵਾਸ਼ਨਾ ਵੱਲੋਂ ਮਨ ਨੂੰ ਉਲਟਾ ਕੇ ਪਰਮਾਰਥ ਵੱਲ ਫੇਰਨਾ ਕਰ। ਮਨ ਮਤਵਾਰ ਮੇਰ ਸਰ ਪਾਠੀ। ਮਨ ਨੂੰ ਮਸਤ ਕਰਨ ਲਈ ਮੇਰ ਸ਼੍ਰੋਮਣੀ ਦਸਮ ਦੁਆਰ ਨੂੰ ਪੱਟੀ ਦੇ ਸਦਰਸ਼ ਕਰ ਅਤੇ ਜੋਗਾਨੰਦ ਰੂਪ ਅੰਮ੍ਰਿਤ ਤਾਰ ਚੁਆਵਾਓ। ਅੰਮ੍ਰਿਤ ਦੀ ਧਾਰ ਚਵਾਉਣਾ ਕਰ। ਇਸੇ ਪ੍ਰਕਾਰ ਮਨ ਮਤਵਾਰ ਮੇਰ ਸਰ ਪਾਠੀ। ਮਨ ਨੂੰ ਆਤਮ ਸ਼ੈਨੀ ਮਤ ਵਾਲਾ ਬਣਾਉਣਾ ਕਰ ਅਤੇ ਸਾਰਿਆਂ ਦੇ ਮੇਰ ਸ਼੍ਰੋਮਣੀ ਬ੍ਰਹਮ ਚੇਤਨ ਵਿੱਚ ਭਾਵਨਾ ਕਰਨ ਰੂਪ ਪੱਟੀ ਬਣਾਉਣਾ ਕਰ। ਅੰਮ੍ਰਿਤ ਤਾਰ ਚੁਆਵਾਓ। ਫਿਰ ਬ੍ਰਹਮਾ
ਓੰਕਾਰ ਬਿਰਤੀ ਕਰਕੇ ਅੰਤःਕਰਨ ਨੂੰ ਪਿਆਲੇ ਵਿੱਚ ਬ੍ਰਹਮਾਨੰਦ ਰੂਪ ਅੰਮ੍ਰਿਤ ਦੀ ਧਾਰ ਚਮਾਉਣਾ ਕਰ ਇਵਨ ਤ੍ਰੀਵ ਆਨੰਦ ਦੇਣ ਵਾਲੀ ਅਵਸਥਾ ਬਣਾ ਕੇ ਬਾਹਰਲੀ ਭੈੜੀ ਸ਼ਰਾਬ ਛੱਡਣਾ ਕਰ। ਬੋਲਹੁ ਭਈਆ ਇਹ ਭਈਆ ਜੀ ਭਈਏ ਹੀ ਜ਼ਿਆਦੇ ਗੰਦ ਪਾਉਂਦੇ ਨੇ। ਆ ਜਿੰਨੇ ਕਿਰਾਏਦਾਰ ਨੇ ਮੈਨੂੰ ਮਾਫ ਕਰਨਾ, ਨਾਲੀਆਂ ਗੰਦੀਆਂ, ਗਲੀਆਂ ਗੰਦੀਆਂ, ਮਰ ਪੀ ਪੀ ਕੇ ਉਲਟੀਆਂ ਦੇ ਥੁੱਕ ਮਾਰ ਮਾਰ ਕੇ ਕੋਈ ਜਗ੍ਹਾ ਨਾ ਖਾਲੀ ਛੱਡੀ ਨਹੀਂ ਹੈ। ਕੋਈ ਧਰਮ ਹੀ ਨਹੀਂ ਵੀ ਨੰਗੇ ਪੈਰੀ ਬੰਦਾ ਗੁਰਦੁਆਰੇ ਆ ਜਾਏ। ਇੱਕ ਸੱਚਖੰਡ ਹਜੂਰ ਸਾਹਿਬ ਤਖਤ ਸਾਹਿਬ ਦੀ ਮੈਂ ਸਿਫਤ ਵੇਖੀ ਹੈ ਕਿ ਗੁਰਦੁਆਰਾ ਲੰਗਰ ਸਾਹਿਬ ਤੋਂ ਲੈ ਕੇ ਤਖਤ ਸਾਹਿਬ ਤੱਕ ਭਾਵੇਂ ਨੰਗੇ ਪੈਰ ਧੋ ਕੇ ਤੁਰ ਪਓ ਤੇ ਬਿਲਕੁਲ ਸਾਫ ਸੁਥਰੀ ਜਗ੍ਹਾ ਉਸੇ ਤਰ੍ਹਾਂ ਹੀ ਪਹੁੰਚ ਜਾਓਗੇ। ਬਾਕੀ ਕੋਈ ਜਗ੍ਹਾ ਇਸ ਤਰ੍ਹਾਂ ਦੀ ਨਹੀਂ ਜੋ ਕਿ ਨੰਗੇ ਪੈਰ ਬੰਦਾ ਗੁਰਦੁਆਰੇ ਦੇ ਅੰਦਰ ਐਂਟਰ ਕਰ ਜਾਏ। ਸੋ ਭਈਆ ਨਾਮ ਹੈ ਭਰਾ ਦਾ। ਹਿੰਦੀ ਦੇ ਵਿੱਚ ਭਰਾ ਨੂੰ ਭਈਆ ਕਹਿੰਦੇ ਨੇ। ਇਹ ਭਈਆ ਜੀ, ਇਹ ਭਾਈ ਜੀ, ਬੋਲਣਾ ਕਰੋ ਰਾਮ ਨਾਮ, ਬੋਲ ਹਰ ਨਾਮ ਸਫਲ ਸਾ ਕਰੀ। ਰਾਮ ਕੀ ਦੁਹਾਈ, ਮੈਂ ਰਾਮ ਪਰਮਾਤਮਾ ਦੀ ਇਹ ਗੱਲ ਦੁਹਾਈ ਪੁਕਾਰ ਪੁਕਾਰ ਕੇ ਕਹਿੰਦਾ ਜਾਂ ਤੁਹਾਨੂੰ ਰਾਮ ਦੀ ਕਸਮ ਜੇ। ਰਾਮ ਨੂੰ ਤਾਂ ਮੰਨਦੇ ਹੀ ਹੋ ਨਾ। ਰਾਮ ਜਿਹੜਾ ਬੀੜੀ ਪੀਂਦਾ ਜਾਂ ਤੰਬਾਕੂ ਖਾਂਦਾ ਸੀਗਾ, ਬੜਾ ਸਾਫ ਸੁਥਰਾ ਉਹਦਾ ਜੀਵਨ ਸੀਗਾ। ਉਦੋਂ ਦੇ ਬਦ ਬਲਾਵਾਂ ਹੁੰਦੀਆਂ ਵੀ ਨਹੀਂ ਹੋਣਗੀਆਂ। ਜੇ ਤੁਸੀਂ ਸੱਚਮੁੱਚ ਹੀ ਰਾਮ ਦੇ ਪੁਜਾਰੀ ਹੋ ਜਾਂ ਦੇਵੀ ਨੂੰ ਪੂਜਦੇ ਹੋ ਜਾਂ ਕ੍ਰਿਸ਼ਨ ਭਗਵਾਨ ਦੇ ਪੁਜਾਰੀ ਹੋ ਤੇ ਆਹ ਗੰਦਮੰਦ ਤਾਂ ਕਮ ਸੇ ਕਮ ਛੱਡੋ। ਪੀਵਾਹੁ ਸੰਤ ਸਦਾ ਮਤ ਦੁਰਲਭ, ਜਾਂ ਹੇ ਜੋਗੀ ਇਹ ਸ਼ਰਾਬ ਪੀਣੀ ਛੱਡ ਦਿਓ। ਇਹ ਭਾਈ ਸ਼ਾਂਤਚੇਤ ਮਹਾਤਮਾ ਜਨਾਂ ਦੀ ਸੰਗਤ ਦੁਆਰਾ ਐਸੀ ਕਠਿਨਤਾਈ ਨਾਲ ਪ੍ਰਾਪਤ ਹੋਣ ਵਾਲੀ ਬ੍ਰਹਮਾਨੰਦ ਰੂਪ ਸ਼ਰਾਬ ਆਪਣੀ ਬੁੱਧ ਦੇ ਵਿੱਚ ਹਮੇਸ਼ਾ ਪੀਣਾ ਕਰੋ। ਸਹਿਜੇ ਪਿਆਸ ਬੁਝਾਈ, ਜਿਨ੍ਹਾਂ ਨੇ ਪੀਣਾ ਕੀਤੀ ਹੈ ਉਹਨਾਂ ਨੇ ਸੁਭਾਵਕ ਹੀ ਅੰਦਰੋਂ ਵਿਸ਼ਿਆਂ ਦੀ ਤ੍ਰਿਸ਼ਨਾ ਦੀ ਜੋ ਪਿਆਸ ਤ੍ਰੇ ਹੈ ਉਹ ਬੁਝਾ ਲਈ, ਮੇਟ ਲਈ ਹੈ। ਰਹਾਉ ਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਪੈ ਵਿੱਚ ਭਾਉ ਭਏ ਕੋ ਬੁਝੈ, ਪਰਮਾਤਮਾ ਦੇ ਡਰ ਵਿੱਚ ਰਹਿਣ ਵਾਲੇ ਪਰਮਾਤਮਾ ਦਾ ਸੋ ਪ੍ਰੇਮ ਪੈਦਾ ਕਰਦੇ ਨੇ ਆਪਦੇ ਹਿਰਦੇ ਵਿੱਚ। ਕੁਦਰਤੀ ਜਿਹੜਾ ਰੱਬ ਦੇ ਡਰ ਅੰਦਰ ਰਹਿੰਦਾ ਹੈ ਉਹਦੇ ਡਰ ਅੰਦਰ ਰਹਿਣ ਕਰਕੇ ਨਾਨਕ ਜਿਨ ਮਨ ਭਾਓ ਤੇ ਨਾ ਮਨ ਪਾਓ, ਪਰਮਾਤਮਾ ਦਾ ਪ੍ਰੇਮ ਸੁਤੇ ਸਿੱਧ ਪੈਦਾ ਹੋ ਜਾਂਦਾ ਹੈ। ਪਰ ਕੋ ਬੂਝਾ ਹੈ, ਕੋਈ ਵਿਰਲਾ ਹੀ ਗੁਰਾਂ ਦੇ ਭਾਏ ਆਗਿਆ ਦੇ ਅਨੁਸਾਰ ਪ੍ਰੇਮੀ ਹੋ ਕੇ ਇਸ ਗੱਲ ਨੂੰ ਬੁੱਝਦਾ ਸਮਝਦਾ ਹੈ, ਜਾਂ ਭਾਏ ਪ੍ਰਕਾਸ਼ ਰੂਪ ਨੂੰ ਕੋਈ ਉੱਤਮ ਅਧਿਕਾਰੀ ਹੀ ਬੁੱਝਦਾ ਹੈ। ਹਰ ਰਸ ਪਾਵੈ ਪਾਈ, ਇਹ ਭਾਈ ਉਹੀ ਪੁਰਖ ਹਰੀ ਪਰਮਾਤਮਾ ਦੇ ਰਸ ਆਨੰਦ ਨੂੰ ਪਾਉਂਦਾ ਹੈ। ਜੀਤੇ ਕਟ ਅੰਮ੍ਰਿਤ ਸਭ ਹੀ ਮਹ, ਜਿਤਨੇ ਵੀ ਘੜੇ ਨੇ ਸਾਰਿਆਂ 'ਚ ਹੀ ਅੰਮ੍ਰਿਤ ਹੈ, ਤੁਹਾਡੇ 'ਚ ਵੀ ਮੇਰੇ 'ਚ ਵੀ। ਮਤਲਬ ਅੰਤःਕਰਨ ਰੂਪੀ ਘੜੇ ਨੇ, ਉਹਨਾਂ ਸਾਰਿਆਂ ਦੇ ਵਿੱਚ ਪਰਮਾਤਮਾ ਨੇ ਤਾਂ ਅੰਮ੍ਰਿਤ ਹੀ ਪਾਇਆ ਸੀਗਾ। ਨਾਮ ਅੰਮ੍ਰਿਤ ਬ੍ਰਹਮਾਨੰਦ ਰੂਪ ਅੰਮ੍ਰਿਤ ਰੱਖਿਆ ਹੋਇਆ ਹੈ। ਅਸੀਂ ਮਰ ਪੀ ਪੀ ਸ਼ਰਾਬਾਂ ਦੇ ਬੀੜੀਆਂ ਫੂਕ ਫੂਕ ਕੇ ਧੂਆਂ ਮਾਰ ਮਾਰ ਕੇ ਅੰਦਰ ਕਾਲਾ ਕਰ ਸੁੱਟਿਆ, ਸਾੜ ਸੁੱਟੇ ਫੇਫੜੇ, ਜ਼ਿੰਦਗੀ ਵੀ ਦੁੱਭਰ ਹੋ ਗਈ ਹੈ। ਤੇ ਉਹ ਜਿਹੜੀ ਜਿਆਦੀ ਜ਼ਿੰਦਗੀ ਜਿਉਣੀ ਸੀ ਉਹ ਘਟ ਗਈ ਹੈ ਨਸ਼ੇ ਪੱਤੇ ਵਰਤ ਕਰਕੇ। ਟੀਬੀ ਆਦਿਕ ਜਾਂ ਹੋਰ ਬਿਮਾਰੀਆਂ ਨੇ ਆ ਕੇ ਘੇਰਾ ਪਾ ਲਿਆ। ਰੱਖਿਆ ਤੇ ਘੜੇ ਚ ਅੰਮ੍ਰਿਤ ਸੀਗਾ ਮਹਾਰਾਜ ਨੇ। ਭਾਵੈ ਤਿਸੈ ਪੀ ਆਈ, ਪਰ ਜਿਹੜਾ ਪ੍ਰਭੂ ਨੂੰ ਭਾ ਜਾਂਦਾ ਉਸੇ ਨੂੰ ਹੀ ਅੰਮ੍ਰਿਤ ਪਿਲਾਉਣਾ ਕਰਦਾ ਹੈ। ਨਗਰੀ ਏਕੈ ਨੌ ਦਰਵਾਜੇ, ਦੇ ਰੂਪ ਇੱਕ
ਇੱਕ ਨਗਰੀ ਹੈ ਅਰ ਇਸ ਦੇ 9 ਗੋਲਕਾਂ ਰੂਪ 9 ਦਰਵਾਜ਼ੇ ਹਨ। ਤਾਵਤ ਬਰਜ ਰਹਾਈ ਇਸ ਵਿੱਚ ਬਾਹਰ ਮੁਖ ਦੌੜਦੇ ਹੋਏ ਮਨ ਨੂੰ ਰੋਕ ਕੇ ਰੱਖਣਾ ਕਰੋ। ਤ੍ਰਿਕੁਟੀ ਛੁਟੈ ਦਸਵਾਂ ਦਰ ਖੁੱਲੈ ਜਦੋਂ ਗਿਆਤਾ ਗਿਆਨ ਗੇ ਧਿਆਤਾ ਧਿਆਨ ਦੇ ਕਰਤਾ ਕਰਮ ਕਿਰਿਆ ਰੂਪ ਤ੍ਰਿਕੁਟੀ ਛੁੱਟ ਜਾਂਦੀ ਹੈ ਤਦੋਂ 10ਵਾਂ ਦੁਆਰ ਖੁੱਲ ਜਾਂਦਾ ਹੈ। ਇਸੇ ਪ੍ਰਕਾਰ ਤ੍ਰਿਕੁਟੀ ਛੁਟੈ ਦਸਵਾਂ ਦਰ ਖੁੱਲੈ 10ਵਾਂ ਜੋ ਚੇਤਨ ਸਰੂਪ ਹੈ ਉਸ ਦਾ ਪ੍ਰੋ ਗਿਆਨ ਰੂਪ ਦਰ ਖੁੱਲ ਜਾਂਦਾ ਹੈ। ਤਾਂ ਮਨ ਖੀਵਾ ਪਾਈ ਤੇ ਗਿਆਤਾ ਗਿਆਨ ਗੇ ਧਿਆਤਾ ਧਿਆਨ ਦੇ ਕਰਤਾ ਕਰਮ ਕਰੇ ਦੀ ਤ੍ਰਿਕੁਟੀ ਛੁੱਟ ਜਾਂਦੀ ਹੈ। ਤਾਂ ਮਨ ਖੀਵਾ ਪਾਈ ਖੀਵਾ ਕਹਿੰਦੇ ਨੇ ਸ਼ਰਾਬੀ ਨੂੰ ਜਿਹੜਾ ਝੂਲਦਾ ਮਸਤੀ ਮਾਰਦਾ ਤਦੋਂ ਇਹ ਮਨ ਆਨੰਦ ਵਿੱਚ ਮਸਤ ਹੋ ਜਾਂਦਾ। ਜਿਸ ਤਰ੍ਹਾਂ ਸ਼ਰਾਬੀ ਮਸਤੀ ਮਾਰਦਾ ਹੈ ਆਨੰਦ ਭਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਧਾਈਆਂ। ਅਭੈ ਪਦ ਪੂਰ ਤਾਪ ਤਹ ਨਾਸੇ ਜਿਸ ਨੂੰ ਭੈ ਰਹਿਤ ਪਦਵੀ ਦੀ ਪੂਰਨ ਪ੍ਰਾਪਤੀ ਹੋਈ ਹੈ ਉਸ ਦੀ ਆਦਿ ਵਿਆਦੀ ਆਦਿਕ ਤਾਪ ਨਸ ਗਏ ਨੇ। ਕਹਿ ਕਬੀਰ ਵਿਚਾਰੀ ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਅਸੀਂ ਇਹ ਗੱਲ ਵਿਚਾਰ ਕੇ ਕਹੀ ਹੈ। ਉਬੜ ਚਲੰਤੇ ਹੋ ਮਦ ਪਾਇਆ ਇਹ ਜੋਗੀ ਜਦੋਂ ਪ੍ਰਾਣ ਉਲਟੇ ਹੋ ਕੇ 10ਵੇਂ ਦੁਆਰ ਦੀ ਤਰਫ ਚੱਲੇ ਤਦੋਂ ਇਹ ਜੋਗਾ ਆਨੰਦ ਰੂਪ ਸ਼ਰਾਬ ਨੂੰ ਪਾਉਣਾ ਕੀਤਾ ਹੈ। ਜੈਸੇ ਖੋਦ ਖੁਮਾਰੀ ਤਦੋਂ ਐਸੀ ਮਸਤੀ ਚੜੀ ਜਿਸ ਪ੍ਰਕਾਰ ਸ਼ਰਾਬੀ ਆਦਮੀ ਨੂੰ ਸ਼ਰਾਬ ਦੇ ਪਿਆਲੇ ਦੀ ਮਸਤੀ ਚੜ੍ਹਦੀ ਹੈ ਇਸੇ ਪ੍ਰਕਾਰ ਉਬੜ ਚਲੰਤੇ ਹੋ ਮਦ ਪਾਇਆ ਜਦੋਂ ਸੰਸਾਰ ਰੂਪ ਜਾੜ ਵੱਲੋਂ ਹਰੀ ਦੀ ਤਰਫ ਚੱਲੇ ਤਦੋਂ ਬ੍ਰਹਮਾਨੰਦ ਰੂਪ ਸ਼ਰਾਬ ਨੂੰ ਪਾਉਣਾ ਕੀਤਾ ਤੇ ਐਸੀ ਤਦੋਂ ਮਸਤੀ ਚੜੀ ਜਿਵੇਂ ਕਿਸੇ ਆਦਮੀ ਨੂੰ ਜੈਸੇ ਖੋਦ ਖੁਮਾਰੀ ਧਰਤੀ ਖੋਦਦੀਆਂ ਹੇਠੋਂ ਧਨ ਆਦਿਕ ਜਾਂ ਖਜ਼ਾਨਾ ਲੱਭਣ ਨਾਲ ਮਸਤੀ ਚੜ੍ਹਦੀ ਹੈ। ਇਉਂ ਜਗਿਆਸੂ ਜਨਾਂ ਨੂੰ ਗੁਰਾਂ ਦੀ ਕਿਰਪਾ ਦੁਆਰਾ ਨਾਮ ਜਪ ਕੇ ਬੁੱਧ ਰੂਪ ਧਰਤੀ ਅੰਦਰੋਂ ਸ਼ੁਭ ਗੁਣਾ ਰੂਪ ਖਜ਼ਾਨਾ ਪ੍ਰਾਪਤ ਹੋਣ ਕਰਕੇ ਮਸਤੀ ਚੜ੍ਹ ਜਾਂਦੀ ਹੈ। ਕਾਮ ਕ੍ਰੋਧ ਤ੍ਰਿਸ਼ਨਾ ਕੇ ਲੀਨੇ ਕਿਸੇ ਹੰਕਾਰੀ ਪੁਰਸ਼ ਦੇ ਤਾਈਂ ਉਪਦੇਸ਼ ਬਖਸ਼ਿਸ਼ ਕਰਦੇ ਹਨ। ਕਾਮ ਵਿਕਾਰ ਦ੍ਰਿਸ਼ਟੀ ਤੇ ਕ੍ਰੋਧ ਗੁੱਸਾ ਅਤੇ ਤ੍ਰਿਸ਼ਨਾ ਦੇ ਵਿੱਚ ਲੀਨ ਹੋਏ ਪੁਰਖਾਂ ਨੇ ਗਤ ਨਹੀਂ ਏਕੈ ਜਾਨੀ ਇੱਕ ਪਰਮਾਤਮਾ ਦੀ ਪ੍ਰਾਪਤੀ ਨਹੀਂ ਜਾਣਨਾ ਕੀਤੀ। ਫੂਟੀ ਆਖੈ ਕਛੂ ਨ ਸੂਝੈ ਉਹਨਾਂ ਦੀਆਂ ਵਿਚਾਰ ਰੂਪ ਅੱਖਾਂ ਜਾਂ ਸ਼ਰਧਾ ਰੂਪ ਅੱਖਾਂ ਫਟੀਆਂ ਹੋਈਆਂ ਤੋਂ ਅੰਨੇ ਹੋ ਜਾਣ ਕਾਰਨ ਪਰਮਾਰਥ ਦਾ ਰਸਤਾ ਕੁਝ ਵੀ ਨਹੀਂ ਸੁਝਦਾ ਕੁਝ ਨਹੀਂ ਦਿਖਦਾ। ਬੂੜ ਮੋਏ ਬਿਨ ਪਾਨੀ ਉਹ ਤਾਂ ਪ੍ਰਤੱਖ ਜਲ ਤੋਂ ਬਿਨਾ ਵਿਸ਼ਿਆਂ ਪਦਾਰਥਾਂ ਨੂੰ ਪਾਣੀ 'ਚ ਡੁੱਬ ਕੇ ਹੀ ਮਰ ਰਹੇ ਹਨ। ਚਲਤ ਕਤ ਟੇਡੇ 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 ਭਾਈ ਤੁਸੀਂ ਕਿਸ ਵਾਸਤੇ ਵਿੰਗੇ ਮਨ ਵਾਲੇ ਹੋ ਕੇ ਛਲ ਦੇ ਸਹਿਤ ਟੇਢਤਾਈ ਵਾਲੇ ਰਸਤੇ ਵੱਲ ਚੱਲਦੇ ਹੋ। ਇਸੇ ਪ੍ਰਕਾਰ ਚਲਤ ਕਤ ਟੇਡੇ 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 ਮਨ ਕਰਕੇ ਬਾਣੀ ਕਰਕੇ ਸਰੀਰ ਕਰਕੇ ਤੁਸੀਂ ਟੇਢੇ ਕਾਹਤੋਂ ਚੱਲਦੇ ਹੋ? ਸਿੱਧੇ ਹੋ ਕੇ ਗੁਰਦੁਆਰੇ ਕਿਉਂ ਨਹੀਂ ਆਉਂਦੇ? ਜਾਂ ਟੇਢੇ ਮਨ ਵਾਲੇ ਪੁਰਖਾ ਤੂੰ ਕਿਸ ਵਾਸਤੇ ਟੇਢੇ ਛਲ ਦੇ ਸਹਿਤ ਸੰਗਤ ਤੋਂ ਉਲਟ ਕੇ ਟੇਢਤਾਈ ਵਾਲੀ ਕੋ ਸੰਗਤ ਵੱਲ ਚੱਲਦਾ ਪਿਆ ਹੈ? ਟੇਢੀ ਪਾਗ ਸਾਡਾ ਇੱਕ ਪੀਟੀ ਮਾਸਟਰ ਹੁੰਦਾ ਸੀਗਾ, ਪੀਟੀ ਮਾਸਟਰ।
ਉਹਨੇ ਫੜ ਲੈਣਾ ਮੋਟਾ ਡੰਡਾ, ਸਵੇਰੇ ਪ੍ਰੇਰ ਦੇ ਵਿੱਚ ਹੀ ਕਹਿਣਾ ਇੱਧਰ ਆ ਜਾਓ, ਜਿਨ੍ਹਾਂ ਟੇਢੀਆਂ ਪੱਗਾਂ ਬੰਨੀਆਂ ਨੇ ਇੱਧਰ ਆ ਜਾਓ। ਵਰਦੀ ਤਾਂ ਸਾਡੀ ਸੀ ਸਰਕਾਰੀ ਸਕੂਲ ਦੀ ਨਾਭੀ ਪੱਗਾਂ ਵਾਲੀ, ਖਾਕੀ ਯੂਨੀਫਾਰਮ ਤੇ ਪੱਗ ਨਾਭੀ। ਤੇ ਕਈਆਂ ਨੇ ਬਲੈਕੀਆਂ ਵਾ, ਕਹਿੰਦੇ ਤੁਸੀਂ ਬਲੈਕੀ ਹੋ ਕਿ ਸਟੂਡੈਂਟ ਹੋ? ਮਾਰ ਮਾਰ ਡੰਡੇ ਉਹਨਾਂ ਦਾ ਮੜ ਪੋਲਾ ਕਰ ਸੁੱਟਣਾ, ਕਹਿਣਾ ਲਾਓ ਪੱਗਾਂ ਤੇ ਹੁਣੇ ਬੰਨੋ। ਬੜੇ ਮੁੰਡੇ ਸੁਧਾਰੇ ਤੇ ਆਖਿਆ ਵੀ ਪੀਲੀਆਂ ਪੱਗਾਂ ਬੰਨ ਕੇ ਆਉਣੀਆਂ ਨੇ, ਸਾਰੇ ਸਕੂਲ ਦੀਆਂ ਖੱਟੀਆਂ ਪੱਗਾਂ ਕਰਾਤੀਆਂ। ਬਾਅਦ 'ਚ ਉਹਨੇ ਆਪ ਹੀ ਅੰਮ੍ਰਿਤ ਛਕ ਲਿਆ। ਟੇਢੀ ਪੱਗ ਬੰਨਣੀ ਇੱਕ ਸ਼ਰਾਰਤੀ ਅਨਸਰ ਦੀ ਨਿਸ਼ਾਨੀ ਹੈ। ਬੰਦਾ 100 ਦੇ ਵਿੱਚੋਂ 90% ਆਪਦੇ ਲਿਬਾਸ ਤੋਂ ਪਹਿਚਾਣਿਆ ਜਾਂਦਾ ਹੈ ਵੀ ਇਹ ਭਲਾ ਮਾਨਸ ਹੋਊਗਾ ਕਿ ਸ਼ਰਾਰਤੀ ਹੋਊਗਾ। ਉਹ ਮੁੰਡਿਆਂ ਨੇ ਅੱਜ ਕੱਲ੍ਹ, ਮੈਨੂੰ ਮਾਫ ਕਰਨਾ, ਬੋਦੇ ਜੇ ਕੱਢੇ ਹੁੰਦੇ ਨੇ ਤਾਂ ਨੂੰ ਕਬੂਤਰਾਂ ਦੇ ਵਾਂਗ ਤੇ ਮੁਰਕੀਆਂ ਜੀਆਂ ਦੇ ਛਾਪਾਂ ਛੱਲੇ ਜੇ ਪਾਏ ਹੁੰਦੇ ਨੇ, ਤੇ ਉਹ ਟੈਟੂ ਮਾਂ ਵਾਲੇ ਲਵਾਏ ਹੋਣਗੇ। ਕਿਤੇ ਨੌਕਰੀ ਤੇ ਨਹੀਂ ਬੰਦਾ ਲੱਗ ਸਕਦਾ, ਕਿਤੇ ਮੈਡੀਕਲ ਨਹੀਂ ਕਰਾ ਸਕਦਾ। ਸਰਕਾਰੀ ਕੰਮਾਂ ਦੇ ਵਿੱਚ ਉਹ ਵਿਵਰਜਿਤ ਨੇ ਕਾਨੂੰਨ ਦੇ ਮੁਤਾਬਕ। ਤੋ ਇਸ ਤਰ੍ਹਾਂ 10% ਜਿੱਦਾਂ ਇਨਸਾਨ ਬੋਲਦਾ ਤਾਂ ਪਤਾ ਚੱਲਦਾ ਵੀ ਇਹਦਾ ਸੁਭਾਅ ਕੈਸਾ ਹੈ। ਕਮ ਸੇ ਕਮ ਲਿਬਾਸ ਤਾਂ ਸੁਚੱਜਾ ਹੋਣਾ ਚਾਹੀਦਾ ਸਾਡਾ। ਉਹ ਤੂੰ ਬਣਿਆ ਜੋਗੀ ਹੈ, ਗੁਰਮੁਖ ਅਖਵਾਉਣਾ ਹੈ, ਪੱਗ ਤੋਂ ਟੇਢੀ ਬੰਨੀ ਹੋਈ ਹੈ, ਪੱਗ ਤਾਂ ਸਿੱਧੀ ਹੋਣੀ ਚਾਹੀਦੀ ਹੈ। ਗੁਰੂ ਘਰ ਦਾ ਤਾਂ ਗੋਲ ਧਮਾਲਾ ਸਾਹਿਬ ਹੈ, ਜੇ ਦਸਤਾਰ ਵੀ ਹੈ ਤਾਂ ਸੋਹਣੀ ਬੜੀ ਸਜਾ ਕੇ ਸੁੰਦਰ ਬਣਨੀ ਚਾਹੀਦੀ ਹੈ। ਟੇਢੀ ਪੱਗ, ਟੇਢੇ ਚੱਲੇ, ਪੱਗ ਵੀ ਟੇਢੀ ਤੇ ਚਾਲ ਵੀ ਟੇਢੀ। ਲਾਗੇ ਵੀਰੇ ਖਾਂ ਆ 35 ਮੈਂ ਡੇਲੀ ਜਾਣਾ ਕਰੀਬ ਸਕੂਲ ਦੇ ਵਿੱਚ, ਉੱਥੇ ਵੀ ਟੀਚਰ ਹੈ, ਖਾਸ ਕਰਕੇ ਆ ਜਿਹੜੇ ਪ੍ਰੇਅਰ ਕਰਾਉਣ ਵਾਲੇ ਹੁੰਦੇ ਨੇ ਉਹ ਡੰਡਾ ਖੜਕਾਉਂਦੇ। ਮੁੰਡੇ ਕੀ ਕਰਦੇ ਨੇ, ਟੋਪੀਆਂ ਜੀਆਂ ਪਾਈਆਂ, ਉਹ ਵੀ ਸਿੱਧੀਆਂ ਨਹੀਂ, ਉਹਦਾ ਕੰਨ ਜਿਹਾ ਮਗਰ ਨੂੰ ਕੱਢਣਾ। ਮਤਲਬ ਕੁਝ ਨਾ ਕੁਝ ਸਪੈਸ਼ਲ ਬਣਾਉਣਾ ਵੀ ਟਾਰਗੇਟ ਬਣੀਏ, ਲੋਕ ਸਾਡੇ ਵੱਲ ਵੇਖਣ। ਉਹਨਾਂ ਦੇ ਵੀ ਡੰਡਾ ਘੁੰਮਦਾ ਵੀ ਇਹ ਜਿਹੜੀ ਟੋਪੀ ਜੀ ਇਹ ਸਿੱਧੀ ਨਹੀਂ ਹੁੰਦੀ। ਇਹਦਾ ਮਤਲਬ ਕੀ ਹੋਇਆ? ਆਪਦੀ ਯੂਨੀਫਾਰਮ ਜਾਓ। ਉਹ ਇੱਕ ਵਾਰ ਮੈਂ ਵੇਖਿਆ ਗੁਰੂ ਗੋਬਿੰਦ ਸਿੰਘ ਸਕੂਲ ਵਾਲੇ ਟੀਚਰ ਅੱਗੇ ਆਪਣਾ ਪਿੱਛੇ ਪਿੱਛੇ ਤੇ ਸਟੂਡੈਂਟ ਅੱਗੇ ਅੱਗੇ ਪਾਰਕ ਦੇ ਵਿੱਚ ਦੇ ਜਿਉਂ ਦੌੜ ਲਵਾਈ। ਤੇ ਇਸ ਵਾਸਤੇ ਕਾਬੂ ਨਹੀਂ ਆਉਂਦੀ ਦੁਨੀਆ। ਜਿਹੜਾ ਧਾਰਮਿਕ ਲਿਬਾਸ ਹੈ ਬਿਲਕੁਲ ਸਾਫ ਸੁਥਰਾ, ਸਿੱਧਾ ਸਾਦਾ ਹੈ। ਸ਼ਰਾਰਤੀ ਬੰਦਾ, ਪੱਗ ਵੀ ਟੇਢੀ, ਟੋਪੀ ਵੀ ਟੇਢੀ, ਤੇ ਸਭ ਕੁਛ ਹੀ ਆਪਦਾ ਟੇਢਾ ਤੇ ਮਨ ਵੀ ਵਿੰਗਾ। ਸਿੱਧੇ ਰਸਤੇ ਨਹੀਂ, ਪੁੱਠਾ ਕੰਮ ਕਰਨਾ, ਉਲਟਾ ਕੰਧਾਂ ਕੋਲੇ ਟੱਪ ਕੇ ਸਕੂਲ 'ਚ ਜਾਣਾ। ਇਹ ਨਹੀਂ ਬੰਦਾ ਟਾਈਮ ਸਿਰ ਸਹੀ ਰਸਤੇ ਜਾਏ। ਹਰੇਕ ਕੰਮ ਟੇਢਾ ਹੈ। ਟੇਢੀ ਪਾਗ, ਟੇਢੇ ਚੱਲੇ, ਲਾਗੇ ਵੀਰੇ ਖਾਣ, ਬੀੜੀਆਂ ਸਿਗਰਟਾਂ, ਖਾਣਾ ਪੀਣਾ, ਨਸ਼ੇ ਪੱਤੇ ਵਾਲਾ। ਭਾਉ ਭਗਤ ਸਿਉ ਕਾਜ ਨਾ ਕਛੂ ਹੈ। ਪ੍ਰੇਮਾ ਭਗਤੀ ਨਾਲ ਤਾਂ ਸਾਡਾ ਕੰਮ ਹੀ ਕੋਈ ਨਹੀਂ, ਦੂਰ ਦਾ ਵੀ ਵਾਸਤਾ ਨਹੀਂ। मेरो काम दीवान, मेरा काम की है कि कचहरियों में जाके झूठे सिग्नेचर करके, झूठे बंदे की गवाही दे के, उन्हों के कोलों पैसे लैके, जिन्हें घट दिते लै उन्हों के भी लैने। काम फिर भी नहीं करना, जां तो बंदा ले ही ना भी तेरे को नहीं लैने। मतलब जिन्हें 2 रुपये भी वध देते, इन्ना मन लालची, वह काम कर देना, दूजे नूं झूठा बना देना। इस तरह का साडा काम है। छल दे सहित सो संगत तों उल्ट के टेढ़ ताई वाली को संगत वल मन चलदा पिया है। अष्ट चरम बिष्टा के मुंदे, जिस शरीर का तुसीं अपमान पे करदे हो वो है कि असल च हड्डियां दी मुठ, चाम लपेटे हाड़। कबीर गर्व न कीजिए, चाम लपेटे हाड़, चमड़े च हड्डियां लपेटियां हुई ने। होर की हैवर उपर छत्र तर, जो है घोड़ियां दे उपर ते छत्रां दी छां हेठ सन। ते फुण धरती गाड़, भी फड़ के धरती च लोकां गड्ड सुटे। दुनिया नहीं किसी नूं बख्शदी। मरिया तो बाद जां तां गड्डणगे, वो भी मिट्टी है, जां फड़ के फूक देणगे, वो भी सवाह है।
ਕਿਸੇ ਨਾਲ ਭਲੀ ਨਹੀਂ ਗੁਜ਼ਾਰਦੀ ਦੁਨੀਆ। ਹੱਡੀਆਂ ਤੇ ਚਮੜੀ ਤੇ ਗੰਦਗੀ ਦੇ ਨਾਲ ਭਰੇ ਟਕੇ ਹੋਏ ਹਨ ਜੀਵ। ਕੀ ਤੁਸੀਂ ਇਹਨਾਂ ਸਰੀਰਾਂ ਦਾ ਮਾਣ ਅਹੰਕਾਰ ਕਰਦੇ ਹੋ? ਦੁਰਗੰਧ ਹੀ ਕੇ ਬੇਟੇ ਬਦਬੂ ਦੇ ਨਾਲ ਲਪੇਟੇ ਹੋਏ ਹਨ ਜਿੰਨੇ ਵੀ ਸਰੀਰ ਨੇ। ਅੱਖਾਂ 'ਚੋਂ ਗਿੱਡ ਵਗ ਰਹੀ ਹੈ, ਕੰਨਾਂ ਦੇ ਵਿੱਚ ਮੈਲ ਫਸੀ ਹੋਈ ਹੈ, ਨੱਕ ਦੇ ਵਿੱਚ ਗੰਦਗੀ ਹੈ, ਸਾਰਾ ਸਰੀਰ ਹੈ। ਬਸ ਉਹਨਾਂ ਕੁ ਚਿਰ ਜਿੰਨਾ ਚਿਰ ਪੱਖੇ ਥੱਲੇ ਬੈਠੇ ਰਹੋ, ਮਾੜਾ ਜਿਹਾ ਮਿਹਨਤ ਮਾਰੋ, ਮੁੜਕੋ ਮੁੜਕੀ ਬੰਦਾ ਮਹਾਰਾਜ ਦੀ ਹਜ਼ੂਰੀ 'ਚ ਆਉਣ ਜੋਗਾ ਨਹੀਂ ਰਹਿੰਦਾ ਜਿੰਨਾ ਚਿਰ ਇਸ਼ਨਾਨ ਨਾ ਕਰੇ। ਮੁੜਕਾ ਆ ਗਿਆ ਦੇ ਕੱਪੜਿਆਂ 'ਚੋਂ ਸਰੀਰ 'ਚੋਂ ਬਦਬੂ ਆਉਣ ਲੱਗ ਪਏਗੀ। ਇਸ ਲਈ ਇਹ ਹੈ ਹੀ ਬਦਬੂ ਮਾਰਿਆ ਹੋਇਆ। ਇਸੇ ਤਰ੍ਹਾਂ ਆਸਤ ਚਰਮ ਵਿਸ਼ਟਾ ਕੇ ਮੁੰਦੇ ਹੱਡੀਆਂ ਵਿਸ਼ਟਾ ਦੁਰਗੰਧੀ ਦੇ ਨਾਲ ਭਰੇ ਹੋਏ ਹਨ ਸਰੀਰ। ਦੁਰਗੰਧ ਹੀ ਕੇ ਬੇਢੇ ਚਮੜੀ ਦੇ ਨਾਲ ਲਪੇਟੇ ਮੜੇ ਹੋਏ ਹਨ। ਰਹਾਉ ਵਿਸ਼ਰਾਮ ਦੇ ਕੇ ਫੁਰਮਾਨ ਕਰਦੇ ਨੇ। ਕਹਿਣ ਦਾ ਮਤਲਬ ਇਹ ਹੈ ਕਿ ਨਰੂ ਮਰੇ ਨਰ ਕਾਮ ਨਾ ਆਵੇ। ਬੰਦਾ ਮਰਦਾ ਕਿਸੇ ਕੰਮ ਨਹੀਂ ਆਉਂਦਾ। ਪਸ਼ੂ ਮਰੇ 10 ਕਾਜ ਸਵਾਰੈ। ਡੰਗਰ ਮਰਦਾ ਤੇ ਉਹ 10 ਕੰਮ ਮਤਲਬ 100 ਕੰਮ ਸਵਾਰਦਾ। ਉਹਦੀਆਂ ਹੱਡੀਆਂ ਵੀ ਪੀਸ ਕੇ ਦਵਾਈਆਂ ਵਿੱਚ ਪਾਈਆਂ ਜਾਂਦੀਆਂ ਅਤੇ ਕਈ ਉਹਨਾਂ ਤੋਂ ਇੰਸਟਰੂਮੈਂਟ ਬਣਦੇ ਹਨ। ਆਹ ਹਰਨ ਦੇ ਸਿੰਘਾਂ ਦੀ ਸਿੰਗੀ ਜੋਗੀ ਵਜਾਉਂਦੇ ਨੇ, ਹੋਰ ਕਈ ਚੀਜ਼ਾਂ ਬਣਦੀਆਂ ਨੇ। ਇਸੇ ਤਰ੍ਹਾਂ ਜਿਹੜਾ ਚਮੜਾ ਹੈ ਉਹਦੀਆਂ ਜੁੱਤੀਆਂ ਪਹਿਨੀਆਂ ਜਾਂਦੀਆਂ ਨੇ। ਜਿਹੜਾ ਮਾਸ ਹੈ ਉਹ ਪੰਛੀਆਂ ਦੇ ਕੰਮ ਆਉਂਦਾ ਹੈ। ਨਰੂ ਮਰੇ ਨਰ ਕਾਮ ਨਾ ਆਵੇ, ਪਰ ਬੰਦਾ ਮਰਦਾ ਕਿਸੇ ਕੰਮ ਨਹੀਂ। ਪਸ਼ੂ ਮਰੇ 10 ਕਾਜ ਸਵਾਰੈ, अपने कर्म की गत मैं क्या जानू, मैं क्या जानू बाबा रे रहाओ। हाड़ जले जैसे लकड़ी का तोला। ਮਰੇ ਤੋਂ ਬਾਅਦ ਮੜੀ ਦੇ ਵਿੱਚ ਹੱਡ ਇਸ ਤਰ੍ਹਾਂ ਸੜਦੇ ਜਿਵੇਂ ਲੱਕੜ ਦਾ ਗੱਠਾ ਹੋਵੇ, ਲੱਕੜ ਦਾ ਡੰਡਾ ਹੋਵੇ। ਕੇਸ ਜਲੇ ਜੈਸੇ ਘਾਸ ਕਾ ਪੂਲਾ। ਕੇਸ ਇਸ ਤਰ੍ਹਾਂ ਜਲਦੇ ਜਿਸ ਤਰ੍ਹਾਂ ਘਾਹ ਦੀਆਂ ਤੜਾਂ ਚਿਰੜ ਚਿਰੜ ਕਰਦੀਆਂ। हाड़ जले जैसे लकड़ी का तूला, केस जले जैसे घास का पूला। कहो कबीर तब ही नर जागे, जम का दंड मूड में लागे। कबीर जी कहते बंदा इन्ना उपदेश हो रहा है, कथा कीर्तन गुरु साहब ਦੀ ਬਾਣੀ ਦੇ ਅਖੰਡ ਪਾਠ ਸਾਹਿਬ ਪਾਠ ਨਹੀਂ ਬੰਦਾ ਜਾਗਦਾ। ਉਦੋਂ ਜਾਗੂਗਾ ਜਦੋਂ ਜਮਾਂ ਦਾ ਡੰਡਾ ਠਾਹ ਕਰਕੇ ਸਿਰ 'ਚ ਵੱਜੇ। ਲੋਕਾਂ ਨੇ ਇੱਕ ਕਹਾਵਤ ਬਣਾਈ ਹੈ ਕਿ ਗੋਰੇ 100 ਸਾਲ ਬਾਅਦ ਦਾ ਸੋਚਦੇ ਨੇ ਕਿ ਅੱਜ ਤੋਂ 100 ਸਾਲ ਬਾਅਦ ਕੀ ਹੋਣਾ, ਪਹਿਲਾਂ ਪ੍ਰਬੰਧ ਕਰ ਲੈਂਦੇ। ਜਿਹੜੇ ਹਿੰਦੂ ਨੇ 50 ਸਾਲ ਬਾਅਦ ਦਾ ਸੋਚਦੇ ਨੇ, ਤੇ ਸਾਡੇ ਵਰਗੇ ਪੰਜਾਬੀ ਜਿਹਨੂੰ ਸਿੰਘ ਕਹਿੰਦੇ ਨਿਹੰਗ, ਜਦੋਂ ਸਿਰ 'ਚ ਡੰਡਾ ਵੱਜੇ ਨਾ ਪਤਾ ਵੀ ਛੱਤ 'ਚੋਂ ਇੱਟ ਡਿੱਗ ਕੇ ਹੁਣ ਤਾਂ ਥਾਲੀ 'ਚ ਵੱਜੀ ਹੈ, ਤੇ ਜੇ ਸਿਰ 'ਚ ਵੱਜ ਜਾਂਦੀ ਫਿਰ ਕੀ ਬਣਦਾ। ਉਦੋਂ ਪਤਾ ਲੱਗਦਾ ਵੀ ਚੋਣ ਲੱਗੀ ਹੈ, ਇਹ ਤਾਂ ਡਿੱਗ ਪਊਗੀ, ਇਹਨੂੰ ਦੇੜੋ ਬਾਲੇ ਬੋਲੇ ਲਾਓ। ਉਸ ਤਰ੍ਹਾਂ ਸਮਝ ਨਹੀਂ ਆਉਂਦੀ ਹੈ। ਜਦੋਂ ਸਿਰ 'ਤੇ ਪਏ ਉਦੋਂ ਸਮਝਦੇ ਨੇ। ਇਸ ਵਾਸਤੇ ਕਬੀਰ ਸਾਹਿਬ ਜੀ ਫਰਮਾਉਂਦੇ ਹਨ, ਰਾਮ ਨ ਜਪਹੁ ਕਵਨ ਭ੍ਰਮ ਭੂਲੇ। ਇਹ ਭਲਿਓ ਮਾਨਸੋ, ਰੱਬ ਨੇ ਤੁਹਾਨੂੰ ਬੰਦੇ ਬਣਾਇਆ ਹੈ, ਤੁਸੀਂ ਬੰਦੇ ਬਣ ਕੇ ਵੀ ਪਰਮਾਤਮਾ ਦਾ ਨਾਮ ਨਹੀਂ ਜਪਦੇ। ਜਿਹੜੇ ਡੰਗਰ ਨੇ ਉਹ ਤਾਂ ਭਲਾ ਧਰਮ ਦਾ ਕੰਮ ਕਰ ਹੀ ਨਹੀਂ ਸਕਦੇ, ਫਿਰ ਵੀ ਵੇਖੋ ਕਿੰਨੀ ਸੇਵਾ ਕਰਦੇ ਨੇ, ਗੁਰੂ ਕੇ ਲੰਗਰਾਂ ਵਿੱਚ ਦੁੱਧ ਭੇਜਦੇ ਨੇ, ਪਰ ਉਹ ਸੰਗਤ ਨਹੀਂ ਕਰ ਸਕਦੇ ਤੇ ਚਾਹ ਕੇ ਵੀ ਅੰਮ੍ਰਿਤ ਨਹੀਂ ਛਕ ਸਕਦੇ। ਇਸ ਵਾਸਤੇ ਬੰਦਿਆਂ ਨੂੰ ਹੀ ਉਪਦੇਸ਼ ਹੈ ਜਿੰਨੇ ਗ੍ਰੰਥਾਂ ਦਾ, ਗੁਰੂਆਂ ਪੀਰਾਂ ਦਾ। ਤੁਸੀਂ ਹੁਣ ਤਾਂ ਮਨੁੱਖਾ ਜਨਮ ਦੇ ਵਿੱਚ ਪਰਮਾਤਮਾ ਦੇ ਨਾਮ ਨੂੰ ਜਪਣਾ ਨਹੀਂ ਕਰਦੇ। ਤੁਸੀਂ ਕੁਸੰਗਤ ਦੇ ਕਾਰਨ ਕਿਹੜੇ ਪਰਮ ਵਿੱਚ ਭੁੱਲੇ ਹੋਏ ਹੋ। ਤੁਮ ਤੇ ਕਾਲ ਨਾ ਦੂਰੇ, ਪਰ
ਤੁਹਾਡੇ ਤੋਂ ਮੌਤ ਦੂਰ ਨਹੀਂ ਹੈ, ਭਾਵ ਤੁਹਾਡੇ ਸਿਰ ਉੱਪਰ ਮੰਡਰਾ ਰਹੀ ਹੈ। ਹਰ ਜੀਉ ਕਾਲ ਸਦਾ ਸਿਰ ਉੱਪਰ ਠੰਡ, ਜਨਮ ਜਨਮ ਹੈ ਰਾਈ। ਇੱਕ ਮੈਂ ਜ਼ਰੂਰੀ ਬੇਨਤੀ ਕਰਾਂ, ਤੁਸੀਂ ਸਾਰੇ ਗੁਰੂ ਜੀ ਦਾ ਰੂਪ ਹੋ। ਤੁਸੀਂ ਇਹ ਨਾ ਸਮਝਣਾ ਵੀ ਮੈਂ ਤੁਹਾਨੂੰ ਕਹਿ ਰਿਹਾ, ਮਤਲਬ ਮੈਂ ਤਾਂ ਕਹਿ ਹੀ ਨਹੀਂ ਰਿਹਾ, ਇਹ ਤਾਂ ਕਬੀਰ ਸਾਹਿਬ ਜੀ ਦਾ ਉਪਦੇਸ਼ ਹੈ ਤੇ ਤੁਹਾਨੂੰ ਨਹੀਂ ਕਹਿ ਰਿਹਾ। ਤੁਸੀਂ ਤਾਂ ਸਾਰੇ ਗੁਰਮੁਖ ਅੰਮ੍ਰਿਤਧਾਰੀ ਗੁਰਦੁਆਰੇ ਬੈਠੇ ਹੋਏ ਹੋ। ਇਹ ਜਿਹੜਾ ਉਪਦੇਸ਼ ਹੈ ਸਭ ਦੁਨੀਆ ਵਾਸਤੇ ਹੈ, ਸਰਬ ਸਾਂਝਾ ਹੈ। ਜਿਹੜਾ ਭਲੇ ਪਾਸੇ ਦਾ ਕਾਰਜ ਨਹੀਂ ਕਰਦਾ, ਚੰਗੇ ਪਾਸੇ ਨਹੀਂ ਲੱਗਾ। ਜਿੰਨੇ ਗੁਰਦੁਆਰੇ ਆਉਂਦੇ ਨੇ ਉਹ ਸਾਰੇ, ਜੇ 100% ਨਹੀਂ ਤਾਂ 90% ਤਾਂ ਪ੍ਰੇਮ ਹੁੰਦਾ, ਤਾਂ ਹੀ ਬੰਦਾ ਚੱਲ ਕੇ ਘਰੋਂ ਆਉਂਦਾ, ਭਾਵੇਂ ਉਹਨੇ ਅੰਮ੍ਰਿਤ ਛਕਿਆ ਜਾਂ ਨਹੀਂ ਛਕਿਆ। ਪ੍ਰੇਮ ਤੋਂ ਬਗੈਰ ਤਾਂ ਇੱਕ ਕਦਮ ਵੀ ਨਹੀਂ ਚੱਲਿਆ ਜਾਂਦਾ। ਕਿਸੇ ਨਾਲ 2 ਮਿੰਟ ਆਪਾਂ ਫੋਨ ਤੇ ਵੀ ਗੱਲ ਨਹੀਂ ਕਰ ਸਕਦੇ, ਇੰਨਾ ਚਿਰ ਬਹਿਣਾ ਇਹ ਕੋਈ ਸੌਖਾ ਕੰਮ ਨਹੀਂ ਹੈ। ਇਸ ਵਾਸਤੇ ਇਹ ਸਾਰਿਆਂ ਨੂੰ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ 4 ਵਰਨਾ ਕੋ ਸਾਂਝਾ, ਸਭਨਾਂ ਨੂੰ ਸਾਂਝਾ ਉਪਦੇਸ਼ ਹੈ। ਜਿਹੜਾ ਮੰਨ ਲਏ ਉਸ ਦਾ ਭਲਾ ਹੈ। ਅਨਕ ਜਤਨ ਕਰੇ ਹੋ ਤਨ ਰੱਖੋ, ਜੋ ਅਨੇਕਾਂ ਯਤਨ ਪਾ ਕਰਕੇ ਸਰੀਰ ਨੂੰ ਬਚਾ ਕੇ ਰੱਖਦੇ ਹੋ। ਕੁਛ ਤੇ ਮਾਰ ਮਾਰ ਖਾਂਦੇ ਹੋ, ਖੁਰਾਕਾਂ ਖਾਂਦੇ ਹੋ। ਰਹਿ ਅਵਸਥਾ ਪੂਰੇ, ਪਰ ਇਹ ਉਮਰ ਪੂਰੀ ਹੋਣ ਤੱਕ ਹੀ ਰਹੇਗਾ। ਭਾਵ ਉਮਰ ਰੂਪੀ ਉਮਰ ਜਿਹੜੀ ਹੈ ਇਹ ਜਦ ਪੂਰੀ ਹੋ ਗਈ, ਇਹਦੇ ਤੋਂ ਬਾਅਦ ਇੱਕ ਖਿਨ ਮਾਤਰ ਵੀ ਇਸ ਨੇ ਨਹੀਂ ਰਹਿਣਾ ਹੈ। ਰਹਿ ਅਵਸਥਾ ਪੂਰੇ, ਅਵਸਥਾ ਪੂਰੀ ਹੋਣ ਤੱਕ ਹੀ ਸਰੀਰ ਰਹੂਗਾ। ਉਹ ਤੋਂ ਬਾਅਦ ngਣ ਘਾਲੇ ਸਭ ਦਿਵਸ ਸਾਸ, ਨੇ ਵੱਢਣ ਕਟਣ ਦਿਲਸਾਰ। ਜੀਵਨ ਲੋ ਰਹਿ ਭਰਮ ਮੋਹ, ਨਾਨਕ ਤਿਉ ਗਵਾਰ। ਮੁੜ ਕੇ ਸਵਾਸ ਪੂਰੇ ਹੋ ਗਏ, ਫਿਰ ਨਹੀਂ ਰਹਿ ਸਕਦਾ। ਆਪਨ ਕੀਆ ਕਛੁ ਨ ਹੋਵੈ, ਇਹ ਭਾਈ ਆਪਣਾ ਕੀਤਾ ਹੋਇਆ ਕੁਝ ਵੀ ਯਤਨ ਨਹੀਂ ਹੋ ਸਕਦਾ। ਕਿਆ ਕੋ ਕਰੈ ਪਰਾਨੀ, ਫਿਰ ਕੋਈ ਜੀਵ ਭਲਾ ਕੀ ਕਰ ਸਕਦਾ, ਕੁਝ ਵੀ ਨਹੀਂ ਕਰ ਸਕਦਾ ਹੈ। ਜਾਂ ਤਿਸ ਪਾਵੈ ਸਤਿਗੁਰ ਭੇਟੈ, ਜਦ ਤਿਸ ਪ੍ਰਭੂ ਨੂੰ ਜੀਵ ਦੇ ਨਿਸ਼ਕਾਮ ਕਰਮ ਪਾਉਂਦੇ ਨੇ, ਤਦੋਂ ਹੀ ਜੀਵ ਦੇ ਤਾਈਂ ਸੱਚਾ ਗੁਰੂ ਮਿਲਦਾ ਹੈ। ਏਕੋ ਨਾਮ ਬਖਾਨੀ, ਫਿਰ ਗੁਰਾਂ ਦੁਆਰਾ ਉਹ ਜੀਵ ਹੋਰ ਸਾਰੇ ਆਸਰੇ ਛੱਡ ਕੇ ਇੱਕ ਪਰਮਾਤਮਾ ਦੇ ਨਾਮ ਨੂੰ ਹੀ ਉਚਾਰਨਾ ਕਰਦਾ ਹੈ। ਬਲੂਆ ਕੇ ਘਰੂਆ ਮਹਿ ਬਸਤੇ, ਇਹ ਭਾਈ ਤੁਸੀਂ ਪੰਜਾਂ ਤੱਤਾਂ ਰੂਪ ਬਲੂਆ ਨਾਮ ਹੈ ਰੇਤੇ ਦੇ, ਘਰੂਆ ਘਰ ਵਿੱਚ ਕਾਲ ਰੂਪ ਨਦੀ ਦੇ ਕਿਨਾਰੇ ਵਸਦੇ ਪਏ ਹੋ। ਫੁਲਵਤਾ ਦੇਹ ਆਨੇ, ਅਤੇ ਅਣਜਾਣ ਹੋ ਕੇ ਇਸ ਦੇ ਸਰੀਰ ਅੰਦਰ ਫੁੱਲਵਤ ਹੰਕਾਰ ਨਾਲ ਆਫਰੇ ਫਿਰਦੇ ਹੋ। ਜਾਂ ਹੇ ਅਗਿਆਨੀ ਜੀਵੋ, ਤੁਸੀਂ ਇਸ ਦੇਹੀ ਵਿੱਚ ਦੀਵੇ ਦੇ ਫੁੱਲ ਗੁੱਲ ਵਾਂਗ ਕਾਲਸ ਦੇ ਨਾਲ ਭਰੇ ਪਏ ਹੋ। ਕਾਹੋ ਕਬੀਰਾ ਜਿਹ ਰਾਮ ਨਾ ਚੇਤਿਓ, ਭਗਤ ਕਬੀਰ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਨ੍ਹਾਂ ਪੁਰਖਾਂ ਨੇ ਪਰਮਾਤਮਾ ਦੇ ਨਾਮ ਨੂੰ ਚੇਤੇ ਨਹੀਂ ਕੀਤਾ। ਬੂਢੇ ਬਹੁਤ ਸਿਆਣੇ, ਸਾਡੇ ਵਰਗਿਆਂ ਦੀ ਤਾਂ ਗੱਲ ਹੀ ਕੋਈ ਨਹੀਂ। ਬੜੇ ਬੜੇ ਸਿਆਣੇ, ਆ ਰਾਵਣ ਕਿੱਡਾ ਸਿਆਣਾ ਸੀਗਾ, ਕਥਾਵਾਚਕ ਪੰਡਤ ਦਾ ਮੁੰਡਾ ਸੀਗਾ, 4 ਵੇਦ ਜ਼ਬਾਨੀ ਯਾਦ ਸੀਗੇ। ਅੱਜ ਤਾਂ ਪੰਕਤੀ ਘਰੋਂ ਯਾਦ ਕਰਕੇ ਇੱਥੇ ਬੋਲਣ ਲੱਗਿਆ ਭੁੱਲ ਜਾਂਦੀ ਹੈ। ਅੱਖਾਂ ਅੱਗੇ ਹਨੇਰਾ ਆ ਜਾਂਦਾ, ਗਾਂ ਰਾਹ ਹੀ ਨਹੀਂ ਬਾਣੀ ਦਿੰਦੀ। ਸੋ ਮਹਾਰਾਜ ਦੀ ਕਿਰਪਾ ਹੋਵੇ ਤਾਂ ਅੱਗੇ ਰਸਤਾ ਮਿਲਦਾ, ਚੇਤੇ ਕੀਤਾ ਵੀ ਭੁੱਲ ਜਾਂਦਾ, ਬੜਾ ਮੁਸ਼ਕਲ ਹੈ। ਤੋ ਇਸ ਵਾਸਤੇ ਹਰਨਾਖਸ਼ ਵੇਖੋ ਕਿੱਡਾ ਸਿਆਣਾ ਸੀਗਾ। ਬੜੇ ਬੜੇ ਸਿਆਣੇ ਇਸ ਦੁਨੀਆ ਤੋਂ ਤੁਰ ਗਏ ਨੇ, ਵਿਦਵਾਨ ਵੀ। ਸੰਸਾਰ ਸਮੁੰਦਰ 'ਚ ਮਹਾਰਾਜ ਕਬੀਰ ਜੀ ਕਹਿੰਦੇ ਆਪਦੀਆਂ ਅੱਖਾਂ ਨਾਲ ਆਪਾਂ ਡੁੱਬਦੇ ਵੇਖੇ ਨੇ। ਜਿਹੜੇ ਗੁਰੂ ਵਾਲੇ ਨੇ, ਪੀਰ ਵਾਲੇ ਨੇ, ਉਹੀ ਸੰਸਾਰ ਸਮੁੰਦਰ ਤੋਂ ਬਚੇ ਨੇ, ਜਾਂ ਜਿਨ੍ਹਾਂ ਆਪਦੇ ਗੁਰੂ ਦੀ ਸਿੱਖਿਆ ਨੂੰ ਮੰਨਿਆ ਹੈ ਉਹੀ ਬਚੇ ਨੇ। ਵਾਹਿਗੁਰੂ ਨਾਮ ਜਹਾਜ਼ ਹੈ, ਤਰ ਕੇ ਨਹੀਂ ਸਮੁੰਦਰ ਪਾਰ ਲੰਘਿਆ ਜਾਂਦਾ।
ਜਾਂ ਬੇੜੀ ਬੂੜੀ ਮਾੜੀ ਮੋਟੀ ਚੀਜ਼ ਤੇ ਨਹੀਂ ਚੜ੍ਹ ਕੇ ਜਹਾਜ਼ ਹੀ ਪਾਰ ਲੰਘਾਉਂਦੇ ਹਨ। ਇਹ ਮਹਾਰਾਜ ਨੇ ਨਾਮ ਦਾ ਜਹਾਜ਼ ਬਣਾਇਆ ਹੈ। ਚੜੇ ਸੋ ਤਰੇ ਪਾਰ, ਜੋ ਸ਼ਰਧਾ ਕਰ ਸੇਮੰਦੇ ਪਾਰ ਉਤਾਰਨਹਾਰ। ਭੁੱਲਾਂ ਚੁੱਕਾਂ ਖਿਮਾ ਕਰੋ ਜੀ, ਅੱਗੇ ਤੋਂ ਸਮਤ ਬਖਸ਼ੋ। ਬਲੂਆ ਕੇ ਘਰੂਆ ਮਹ ਬਸਤੇ, ਫੁੱਲਵਤ ਦੇਹ ਅਯਾਨੇ। ਕਹੋ ਕਬੀਰਾ ਜਿਹ ਰਾਮ ਨਾ ਚਿਤਿਓ, ਬੂਢੇ ਬਹੁਤ ਸਿਆਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।